जुगे जुगे टल साहिब श्री गुरु ग्रंथ साहिब जी की पावन हजूरी विच साजी नवाजी गुरु रूप साध संगत फतेह दी सांझ पाओ। वाहिगुरु जी का खालसा वाहिगुरु जी की फतेह। सतगुरां दी अपार बख्शिश अज दे सुभागे दिन गुरु साध संगत दे दर्शन करन दा सुभाग प्राप्त हो रहा है। अज दा दिन संसार दे विच मानवता दे लई किन्ना माण मत्ता है ते विरसे दे वारसां लई अज उस खजाने नाल सांझ पाउणा ये गुरु दी बख्शिश है। आओ एक बार सतगुर अगे मन करके हाजरी लवांदे आ, मन बिरतियां एकागर करके सारे जपीए। बाणी गुरु गुरु है बाणी, बाणी गुरु गुरु है बाणी, विच बाणी अमृत सारे, विच बाणी अमृत सारे। गुरबाणी कहे सेवक जन मान, गुरबाणी कहे सेवक जन माने। पर तख गुरु निस्तारे, पर तख गुरु निस्तारे। बाणी गुरु गुरु है बाणी, बाणी गुरु गुरु है बाणी। ते इत्थे रहमतां दे घर विच साहिब प्रतख दीदारे ही नहीं देंदे। रोज अमृत वेले असी सरवण करते हाँ। बलिहारी गुर अपने, बलिहारी गुर अपने। द्योहाड़ी सदवार, द्योहाड़ी सदवार। जिन मानस ते देवते किए, जिन मानस ते देवते की। करत न लागी बार, करत न लागी बार। बलिहारी गुर अपने, बलिहारी गुर अपने। जरा अपने सतगुर नाल लिव जोड़ के अपने वड्डे भागां दी बात तां पाइए, इसदा एहसास तां करिए। संसार विच किन्ना विलखण सरमाया सतगुरां ने सानू बख्शिश कीता है। किन्नी वडियाई सतगुरां ने बख्शिश कीती है। संसार विच किड्डी वड्डी बात सतगुर मेरा सदा सदा ना आवे ना जाए। ओ अविनाशी पुरख है सब में रहा समाए। इस साहिब नूं किवें नतमस्तक हुंदे आ, किवें चित जोड़दे आ, किवें इस खजाने चों झोलियां भरदे आ कि सखणे ही तुर जाने आ। आओ अज स्वै पड़चोल करते हाँ। मैं अपनियां सारियां भैणां वल्लों समुची गुरुद्वारा प्रबंधक कमेटी खास तौर पर अपने वीर उज्जवल सिंह जी का तह दिलों धन्नवाद करदी हाँ। नहीं मैं आखांगी ऋणी हाँ मैं तुहाडे सारियां वल्लों अज दे दिन जो विशा लिया। आपां जिस तरह इस विषय नूं सन्मुख रखते हाँ, सोचते हैं शायद साहिबां ने केवल औरत नूं ही इहो जी जीवन जुगत दिती है। पर कमाल दी बात है मेरे साहिब ने इस संसार विच अवतार धारण करदियां जो कल्पना कीती सी ओ सी इस संसार नूं बेगमपुरा बनाउण दी। ओ सी इस संसार नूं अकाल पुरख दा रूप बना देण दी।
ਉਹ ਸੀ ਸੱਚਖੰਡ ਇਸ ਧਰਤੀ ਤੇ ਉਤਾਰ ਦੇਣ ਦੀ ਬਾਤ। ਉਹ ਸੀ ਹਰ ਗੁਰੂ ਦਾ, ਸਿੱਖ ਗੁਰੂ ਦਾ ਰੂਪ ਹੋ ਕੇ, ਖਾਲਸਾਈ ਸਰੂਪ ਹੋ ਕੇ, ਸਮੁੱਚੇ ਸੰਸਾਰ ਦਾ, ਸਮੁੱਚੀ ਮਾਨਵਤਾ ਦਾ ਰਾਖਾ ਬਣ ਕੇ, ਰਹਿਬਰ ਬਣ ਕੇ, ਸੇਵਾਦਾਰ ਬਣ ਕੇ ਆਪਣਾ ਜੀਵਨ ਬਤੀਤ ਕਰੇ। ਤੇ ਸਾਹਿਬ ਸਾਨੂੰ ਰੋਜ਼ ਆਖਦੇ ਨੇ, ਭਈ ਪ੍ਰਾਪਤ ਮਾਨੁਖ ਦੇ ਉਰੀਆ। ਕਿਸ ਲਈ ਪ੍ਰਾਪਤ ਹੋਈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। हे ਜੀਵ, ਤੂੰ ਸੰਸਾਰ ਵਿੱਚ 84 ਲੱਖ ਜੂਨਾਂ ਤੋਂ ਬਾਅਦ ਆਇਆ ਤੇ ਇਹ ਬਸ ਉਸ ਕਰਤੇ ਨੂੰ ਮਿਲਣ ਦੀ ਵਾਰੀ ਹੈ। ਹੁਣ ਕਿਤੇ ਛੋਟਾ ਸੌਦਾ ਨਾ ਕਰੀ, ਹੁਣ ਕਿਤੇ ਰਤਨ ਤਿਆਗ ਕੌਡੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੇ ਵਾਲੀ ਬਾਤ ਵਿੱਚ ਨਾ ਪੈ ਜਾਈਂ, ਕਿਉਂਕਿ ਇਹ ਤੇਰਾ ਅਵਸਰ, ਇਹ ਤੇਰੀ ਵਾਰ। ਨਾ ਇਦੋਂ ਪਹਿਲਾਂ ਤੈਨੂੰ ਮਿਲਿਆ, ਨਾ ਇਸ ਤੋਂ ਬਾਅਦ ਵਿੱਚ ਮਿਲਣਾ। ਸਾਹਿਬ ਨੇ ਸੰਸਾਰ ਵਿੱਚ ਜਦੋਂ ਵੇਖਿਆ ਕਿ ਇੱਥੇ ਤਾਂ ਮੇਰੇ ਸਾਹਿਬ ਦਾ ਬੇਗਮਪੁਰੇ ਦੀ ਚਿਤਵਨਾ ਕਰ ਰਹੇ ਨੇ, ਪਰ ਇੱਥੇ ਤਾਂ ਹਿੰਦੂ ਮੁਸਲਮਾਨ ਇੱਕ ਦੂਜੇ ਦੇ ਵੈਰੀ ਨੇ। ਇੱਥੇ ਤਾਂ ਅਮੀਰ ਗਰੀਬ ਦਾ ਪਾੜਾ ਹੈ। ਇੱਥੇ ਤਾਂ ਮਲਕ ਭਾਗੋ ਦੇ ਭਾਈ ਲਾਲੋ ਦੀਆਂ ਦੋ ਅੱਡ ਦਿਸ਼ਾਵਾਂ ਨੇ। ਇੱਥੇ ਤਾਂ ਬ੍ਰਾਹਮਣ ਤੇ ਸ਼ੂਦਰ ਦਾ ਐਡਾ ਪਾੜਾ ਹੈ ਕਿ ਇੱਕ ਉੱਚੀ ਜਾਤ ਦਾ ਹੋਣ ਦਾ ਵਿਮਾਨ ਕਰਕੇ ਘਾਣ ਕਰ ਰਿਹਾ ਦੂਜੇ ਦਾ, ਤੇ ਇੱਥੇ ਔਰਤ ਨੂੰ ਵੀ ਸ਼ੂਦਰ ਦੇ ਬਰਾਬਰ ਜਾਣਿਆ ਜਾ ਰਿਹਾ। ਤੇ ਵੇਖੋ, ਮੈਂ ਗੱਲ ਕਰਨ ਤੋਂ ਪਹਿਲਾਂ ਗੱਲ ਕਰਾਂ, ਜਦੋਂ ਅਸੀਂ ਵਿਮਨ ਲਿਬਰੇਸ਼ਨ ਦੀ ਬਾਤ ਕਰਦੇ ਹਾਂ, ਇਹ ਗੱਲ ਸੰਸਾਰ ਪੱਧਰ ਤੇ ਹੈ। ਮਨੁੱਖਤਾ ਦਾ ਵਿਕਾਸ, ਮਨੁੱਖਤਾ ਦਾ ਪਤਨ, ਮਨੁੱਖਤਾ ਦੀ ਐਕਸਪਲੋਇਟੇਸ਼ਨ ਸਾਰੇ ਸੰਸਾਰ ਵਿੱਚ ਹੁੰਦੀ ਹੈ। ਉਹਦੇ ਰੂਪ ਅੱਡ-ਅੱਡ ਹੁੰਦੇ ਨੇ। ਸੰਸਾਰ ਵਿੱਚ ਤਾਂ ਵਿਮਨ ਲਿਬਰੇਸ਼ਨ ਮੂਵਮੈਂਟ ਆਈ ਇਕਨੋਮਿਕ ਰੈਵੋਲੂਸ਼ਨ ਨਾਲ, ਆਈ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ। ਪਰ ਬਲਿਹਾਰ ਜਾਈਏ ਸਤਿਗੁਰਾਂ ਦੇ, ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭਗਤ ਕਬੀਰ ਜੀ, ਭਗਤ ਜੈਦੇਵ ਜੀ, ਭਗਤ ਰਾਮਾਨੰਦ ਜੀ, ਭਗਤ ਸਦਨਾ ਜੀ, ਭਗਤ ਸੈਣ ਜੀ, ਇਹਨਾਂ ਦੀ ਦ੍ਰਿਸ਼ਟੀ, ਇਹਨਾਂ ਦੀ ਦੂਰਦਰਸ਼ਤਾ ਦੇ ਸਦਕਾ ਸਾਡੇ ਦੇਸ਼ ਵਿੱਚ ਇਹ ਰੈਵੋਲੂਸ਼ਨ ਸਪਿਰਚੁਅਲ ਰੈਵੋਲੂਸ਼ਨ ਦੇ ਤੌਰ ਤੇ ਆਈ, ਅਧਿਆਤਮਕ ਰੂਪ ਦੇ ਵਿੱਚ ਆਈ। ਤੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਤਾਂ ਸਾਰੇ ਵਖਰੇਵੇਂ ਨੂੰ ਨਕਾਰਦਿਆਂ ਹੋਇਆਂ, ਸਮਾਜ ਵਿੱਚ ਫੈਲੀ ਐਸੀ ਅਸਮਾਨਤਾ ਨੂੰ ਨਕਾਰਦਿਆਂ ਹੋਏ ਆਖ ਦਿੱਤਾ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਜੇ ਆਪਾਂ ਸੱਦਾ ਦੇਖੋ ਕਿੰਨਾ ਸੁਖੈਨ ਗੁਰੂ ਸਾਹਿਬ ਦਾ ਸੁਨੇਹਾ ਹੈ। ਜੰਮਣ ਤੋਂ ਪਹਿਲਾਂ ਮੇਰੀ ਕੋਈ ਜਾਤ ਨਹੀਂ ਸੀ, ਮਰਨ ਵੇਲੇ ਮੇਰੀ ਕੋਈ ਜਾਤ ਨਹੀਂ ਸੀ। ਕਬੀਰ ਜੀ ਕਹਿੰਦੇ ਨੇ, ਬ੍ਰਾਹਮਣ ਜੇ ਤੂੰ ਬਾਹਮਣੀ ਜਾਇਆ, ਆਣ ਬਾਟ ਕਾਹੇ ਨਹੀਂ ਆਇਆ। ਸਭ ਨੇ ਇੱਕੋ ਤਰੀਕੇ ਆਉਣਾ, ਸਭ ਨੇ ਇੱਕੋ ਤਰੀਕੇ ਜਾਣਾ, ਪਰ ਐਡਾ ਵਿਖਰੇਵਾ, ਐਡਾ ਜ਼ੋਰਵਾਰ ਨੇ ਕਮਜ਼ੋਰ ਨੂੰ ਦਬਿਆ, ਐਡਾ ਘਾਣ ਮਨੁੱਖ ਨੇ ਮਨੁੱਖ ਦਾ ਕੀਤਾ ਇਸ ਸੰਸਾਰ ਤੇ। ਤੇ ਗੁਰੂ ਸਾਹਿਬ ਨੇ ਕਿਹਾ, ਨਾ ਭਾਈ, ਇਸ ਸੰਸਾਰ ਦੇ ਵਿੱਚ ਬਸ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਤੇ ਫਿਰ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਉਸ ਅਕਾਲ ਪੁਰਖ, ਉਸ ਕਰਤੇ ਦੀ ਜੋਤ ਹੈ। ਤੂੰ ਉਸ ਨਾਲ ਜੁੜਨ ਸੰਸਾਰ ਵਿੱਚ ਆਇਆ। ਤੂੰ ਆਪਣੀ ਲਿਵ ਉੱਥੇ ਲਾ, ਤੇ ਜਦੋਂ ਆਪਣੀ ਲਿਵ ਉੱਥੇ ਲਾਵੇਂ, ਨਿਤਾ ਪ੍ਰਤੀ ਤੇਰਾ ਸੰਗਤ ਵਿੱਚ ਆਉਂਦਿਆਂ ਇਮਤਿਹਾਨ ਹੋ ਜਾਂਦਾ ਹੈ। ਜੇ ਤੈਨੂੰ ਸਭ ਵਿੱਚ ਅਕਾਲ ਪੁਰਖ ਦਾ ਰੂਪ ਨਜ਼ਰ ਆਉਂਦਾ ਹੈ, ਤੇ ਫਿਰ ਤੈਨੂੰ ਨਦਰ ਮਿਲ ਗਈ, ਤੇਰਾ ਮੱਥਾ ਟੇਕਿਆ ਪ੍ਰਵਾਨ ਹੋ ਗਿਆ। ਕਿਉਂਕਿ ਗੁਰੂ ਦੇ ਦਰ ਤੇ ਮੱਥਾ ਟੇਕਣਾ ਤੇ ਗੁਰੂ ਦੀ ਮੱਤ ਧਾਰਨ ਕਰਨਾ ਹੈ ਨਾ। ਪਰ ਅੱਜ ਅਸੀਂ ਕੀ ਕਰਦੇ ਹਾਂ? ਮੱਥਾ ਵੀ ਟੇਕਾਂਗੇ, ਸ਼ਾਨਦਾਰ ਰੁਮਾਲਾ ਸਾਹਿਬ ਵੀ ਚੜਾਵਾਂਗੇ, ਗੁਰੂ ਘਰ ਵਿੱਚ ਸਾਰੀਆਂ ਸੇਵਾਵਾਂ ਵੀ ਕਰਾਂਗੇ, ਪਰ ਮੇਰੀ ਮੈਂ ਕਿਸੇ ਵੀ ਗੁਰੂ ਦੀ ਦਿੱਤੀ ਮੱਤ ਤੋਂ ਉੱਚੀ ਹੋਵੇਗੀ। ਬੇਸ਼ੱਕ
रोज जपजी साहब की पहली पौड़ी च साहब बार 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 याद करा रहे ने, किव सचियारा हुई है, किव कूड़ै टुटे पाल, हुक्म रजाई चलना, नानक लिखिया नाल। हुण साहिब दे ई सिक्ख्या केवल सिखां लई है, केवल साडे लई है? ਇਹ ਤੇ ਸਮੁੱਚੀ ਲੁਕਾਈ ਸਮੁੱਚੀ ਮਨੁੱਖ ਜਾਤੀ ਲਈ ਹੈ। ਅਸੀਂ ਵਡਭਾਗੇ ਹਾਂ ਕਿ ਅਸੀਂ ਵਾਰਿਸ ਕਹਾਉਣ ਦਾ ਮਾਣ ਲਿਆ ਹੈ। ਪਰ ਵਡਭਾਗੇ ਤੇ ਤਾਂ ਹੀ ਆ ਨਾ, ਪਹਿਲਾਂ ਜੀਵਨ ਵਿੱਚ ਕਮਾਈਏ, ਫਿਰ ਦੂਜਿਆਂ ਨਾਲ ਸਾਂਝ ਪਾਈਏ, ਹਰ ਇੱਕ ਨੂੰ ਗਲਵਕੜੀ ਚ ਲਈਏ ਤੇ ਸਾਹਿਬਾਂ ਦੀਆਂ ਬਖਸ਼ਿਸ਼ਾਂ ਦੀ ਠੰਡ ਸੰਸਾਰ ਵਿੱਚ ਵਰਤਾਈਏ। गुरु नानक पातशाह ने जो कमाल किया, जोत दी बात पाके संसार नूं ये आख दिता कि राजे नूं जन्म देण वाली कलंकनी ते राजा ने कलंकी, पुत्र जम्मे ते जशन मनाओ, पर 21 दिन सवा महीना मां चौंके च पैर ना पा सके, वो पिट्टी हुई है, वो बागण है, वो झूठी है, उसकी सुचम होनी है। ते साहिब की आखदे ने, ये सूतक पातक भरम है। की आखदे ने, जेकर सूतक आखिए सभे सूतक होए। ते की कहंदे ने, जेते जाने अन के जियां बाजना कोए। ओ ते कण कण विच वसिया होया, फिर ते तेरा पानी पीण नाल भी तू पिट जाएगा, फिर ते पूरी बनस्पति जीवां दे नाल प्रफुल्लित है। ये दोहरा मोपनन तेरी मलीन बुद्ध है ते संसार नूं इस इलाही दात दे देण तो पहला साहिबां ने हुक्का ला के आख दिता, इस जग में पुरख एक है, होर सगली नार सबाए। वड्डे भाग साडे कि संसार नूं मनुखता दा कदरां दा सुनेहा देण लग्या, उच्चियां मुल्लां दा सुनेहा देण लग्या, जीवन जुगत बख्शण लग्या। साहिब ने सिंबल रूप विच नार गुणां दी प्रधानता दी बात कीती है। साहिबां ने ये स्पष्ट कर दिता बई सानू पैदा करने वाला सारियां दा प्रभु पति इक्को ही है। याद करो, पहला साडे बुजुर्ग किसी कॉलेज यूनिवर्सिटी विच पढ़े नहीं हुंदे सी, वड्डी डिग्री नहीं हुंदी सी, पर वो आला दर्जे दे सियाणे हुंदे सी, क्योंकि वो गुरबाणी विच गुड़े हुंदे सी। ते मैं दावे नाल सदा आखदी हां, संसार दी विद्या जिथे खत्म हुंदी है, गुरु साहब दी गुरबाणी उत्थों शुरू हुंदी है। इसीलिए गुरु साहब ने अपने सिख नूं एक डिसिपलिन दिता है कि वह नित्ता प्रति सहज पाठ नाल जुड़े, वो अपने दिन की शुरुआत नित नेम नाल करे। पर अज की हो रहा है, अज असी बच्चे दे पैदा होने तो पहला बच्चे दे स्कूल दा फिक्र करते हैं, कित्थे एडमिशन करवानी है, बच्चे नूं किहड़े सब्जेक्ट लैके देने हैं, क्यों लैके देने हैं, केवल ते केवल धन कमाउण लई। अज दी विद्या सिर्फ ते सिर्फ केवल माया दे नाल संबंधित रह गई है। ते फिर वो सारे विकार जिन्हां तो गुरु साहब सानू परे रहण लई आखदे ने, वो इस विद्या दे नाल असीं ओत-पोत हो जांदे हां। ते साहिब तां कहंदे ने कि इहो जी विद्या जिस दे नाल हौमे ते विकार आउणगे, वो जीवन विच कोई जुगत नहीं दे सकेगी। तो साहिब ने समुची गुरु ग्रंथ साहिब दी बाणी नूं नार रूप विच संबोधन करदियां संसार नूं आख्या कि हे जीव रूपी नार। इत्थे मैं स्पष्ट कर दियां, साहिब ने जदों सुनेहा दिता है, उन्होंने औरत ते मर्द विच वखरेवा नहीं कीता। गुरु साहब ने जातां पातां नूं भी छड्डता, ऊच नीच नूं भी छड्डता, गुरु साहब ने औरत ते मर्द नूं भी छड्ड दिता, केवल जोत दी बात कीती है। ते जोत दी बात करदियां साहिब ने
अपना अध्यात्मक सफर शुरू करके गुरु नूं मिलन दा रस्ता, जीवन नूं सुखैन बनाउण दा रस्ता, जीवन नूं आनंदमई बनाउण दा रस्ता जो सिक्ख्या दित्ती है, उन्हां विच नार गुणां दी प्रधानता कीती है। ते गुरु साहब ने सानूं शुरू तो ही कहा है कि संसार विच ये जातां केवल दो ही ने, नर ते मादा। कमाल दी बात है कि औरत दे फैमिनन विरचूज दी लोड़ जीव नूं जन्म लैण तो शुरू हो जाती है। इन्हां दा विकास ही मनुखता दा पूरा विकास है, जबकि नर गुणां दी लोड़ केवल उदों पैंदी है जदों संसार विच फैलिया अन्याय इन्ना वध जाए कि शांतमई कोई भी तरीका काम ना आवे। इस गल दा सबूत सानू गुरु साहब दे इतिहास चों मिलदा है, जदों पंजवें पातशाह दे सारी सहज संतोख शांतमयी यतन असफल हो गए। साहिबा ने शहीदां दे सरताज बन तत्ती तवी ते बैठ के शहादत दे जाम पीते। उस तो बाद गुरु हरगोबिंद साहब ने मीरी ते पीरी दियां दो तलवारां धारण कीतियां। उसी तरह गुरु तेग बहादुर साहब पातशाह दा जदों शांतमई सारा संघर्ष किसी सिट्टे ते ना पहुंच सकिया ते गुरु गोबिंद सिंह पातशाह ने खालसे दी सिरजना की। इतिहास गवाही भरदा है कि मनुख नूं उस दे विकास लई ਉਹ ਗੁਣਾਂ ਦੀ ਲੋੜ ਹੈ ਜੋ ਸਹਿਜੇ ਹੀ ਅਕਾਲ ਪੁਰਖ ਨੇ ਔਰਤ ਨੂੰ ਜਨਮ ਤੋਂ ਦਿੱਤੇ ਹਨ। ਅਧਿਆਤਮਕਤਾ ਦਾ ਜੋ ਅੰਸ਼ ਅਕਾਲ ਪੁਰਖ ਨੇ ਸਾਨੂੰ ਦਿੱਤਾ ਹੈ, ਬਸ ਔਰਤ ਦਾ ਇਹੀ ਸਭ ਤੋਂ ਵੱਡਾ ਗਹਿਣਾ ਉਹਦੇ ਕੋਲ ਹੈ। ਬਸ ਇਹ ਜਾਣਨ ਦੀ ਲੋੜ ਹੈ ਸਾਨੂੰ। ਤੇ ਆਓ, ਕਿਉਂਕਿ ਅੱਜ ਸੰਸਾਰ ਤੇ ਬਹੁਤ ਵੱਡਾ ਦਿਨ ਹੈ, ਆਓ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਸਾਹਿਬ ਨਾਲ ਬਾਤ ਕਰਦੇ ਹਾਂ। ਸਿੱਖੀਏ ਗੁਰੂ ਸਾਹਿਬ ਨੇ ਸਾਨੂੰ ਕਿਵੇਂ ਕਿਵੇਂ ਸਿੱਖਿਆ ਦਿੱਤੀ ਹੈ। ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਹਿਬਾਂ ਨੇ 3 ਹਿੱਸਿਆਂ ਵਿੱਚ ਵੰਡ ਕੇ ਸੰਸਾਰ ਦੇ ਮਨੁੱਖਾਂ ਨੂੰ ਸੁਨੇਹੇ ਦਿੱਤੇ ਹਨ। 3 ਰੂਪ ਸਿਰਜੇ ਹਨ ਉਸਨੇ ਮਨੁੱਖਤਾ ਦੇ, ਗੁਰੂ ਸਾਹਿਬ ਨੇ। ਔਰ ਇੱਥੇ ਗੁਰੂ ਸਾਹਿਬ ਦਾ ਸੰਬੋਧਨ ਚੱਜ ਰੂਪ ਜੀਵ ਰੂਪੀ ਨਾਰ ਨੂੰ ਹੈ, ਅਚਾਰ ਰੂਪ ਜੀਵ ਰੂਪੀ ਨਾਰ ਨੂੰ ਹੈ, ਗੁਣਾ ਭਰਪੂਰ ਨਾਰ ਨੂੰ ਰੂਪ ਸਾਹਿਬਾਂ ਨੇ ਸੰਬੋਧਨ ਕੀਤਾ ਹੈ। ਤੇ ਉਹ ਰੂਪ ਹਨ ਕੁਚੱਜੀ, ਸੁਚੱਜੀ ਤੇ ਗੁਣਵੰਤੀ। ਸਾਹਿਬ ਆਖਦੇ ਨੇ ਆਓ ਵੇਖੀਏ ਸੰਸਾਰ ਦੇ ਵਿੱਚ ਜੀਵ ਰੂਪੀ ਨਾਰ ਕਿਹੜਾ ਕਰਮ ਕਮਾ ਰਹੀ ਹੈ। ਆਪਾਂ ਵੀ ਨਾਲ ਨਾਲ ਅੱਜ ਵੇਖਣਾ ਹੈ ਕਿ ਇਸ ਕਲਾਸੀਫਿਕੇਸ਼ਨ ਵਿੱਚ ਮੈਂ ਕਿੱਥੇ ਖੜੀ ਹਾਂ, ਮੈਂ ਕਿੱਥੇ ਖੜਾ ਹਾਂ, ਤਾਂ ਕਿ ਅੱਜ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਸਫ਼ਰ ਨੂੰ ਅੱਗੇ ਸ਼ੁਰੂ ਕਰ ਸਕੀਏ। ਕਹਿੰਦੇ ਨੇ ਨਾ, ਜਦ ਤੱਕ ਸਾਨੂੰ ਨਹੀਂ ਸਮਝ ਅਸੀਂ ਮਾਫੀ ਮੰਗ ਸਕਦੇ ਹਾਂ। ਅਣਜਾਣਾ ਅਣਭੋਲਾ ਅਣਜਾਣੇ ਵਿੱਚ ਗਲਤੀ ਹੋ ਗਈ, ਪਰ ਜਾਣ ਬੁੱਝ ਕੇ ਔਗਣ ਕਰਾਂਗੇ, ਗਲਤ ਹੋਵਾਂਗੇ ਤੇ ਫਿਰ ਮਾਫ ਨਹੀਂ ਕੀਤੇ ਜਾਵਾਂਗੇ। ਆਓ ਪਹਿਲਾਂ ਸਮਝ ਲਈਏ। ਸਾਹਿਬ ਕਹਿੰਦੇ ਨੇ ਜਦੋਂ ਇਹ ਸੰਸਾਰ ਵਿੱਚ ਜੀਵ ਰੂਪੀ ਨਾਰ ਦੀ ਅਵਸਥਾ ਹੈ, ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜਿਓ, ਸੇ ਵਸਤਾਂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜਿਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ, ਹੋ ਇਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜਿਓ। हे ਜੀਵ ਰੂਪੀ ਨਾਰ, ਜੇ ਤੇਰਾ ਜੀਵਨ ਇਦਾਂ ਦਾ ਹੈ ਕਿ ਤੂੰ ਸੰਸਾਰ ਦੀ ਮਾਇਆ, ਸੋਨੇ ਵਿੱਚ, ਰੂਪ ਵਿੱਚ, ਮੈਲ ਮਾੜੀਆਂ ਦੇ ਵਿੱਚ ਖਚਤ ਹੈ, ਇਹਨਾਂ ਵਿੱਚ ਚਿੱਤ ਲਾ ਕੇ ਇਹ ਦਾਤਾਂ ਦੇਣ ਵਾਲੇ ਦਾਤੇ ਨੂੰ ਵਿਸਾਰੀ ਬੈਠੀ ਹੈ ਜੀਵ ਰੂਪੀ ਨਾਰ। ਉਸ ਦਾਤਾ ਤੈਨੂੰ ਧਿਆਨ ਵਿੱਚ ਹੀ ਨਹੀਂ ਹੈ। ਅਵਸਥਾ ਕੀ ਹੈ? ਦਾਤ ਪਿਆਰੀ ਵਿਸਰਿਆ ਦਾ ਤਾਰਾ। ਨਾ ਸ਼ੁਕਰੇਪਣ ਦੀ ਸਭ ਤੋਂ ਵੱਡੀ ਅਵਸਥਾ ਹੈ ਇਹ। ਸਾਡੇ ਘਰ ਵਿੱਚ ਬੱਚਾ ਪੈਦਾ ਹੁੰਦਾ, ਬੋਲਣਾ ਸਿੱਖਦਾ, ਤੇ ਅਸੀਂ ਸਭ ਤੋਂ ਪਹਿਲਾਂ ਉਹਨੂੰ ਕਹਿੰਦੇ ਆ ਕੁਝ ਫੜਾ ਕੇ, ਬੇਟੇ ਥੈਂਕ ਯੂ ਬੋਲੋ, ਕਹਿੰਦੇ ਆ ਨਾ, ਤੇ ਬੜੇ ਖੁਸ਼ ਹੁੰਦੇ ਆ ਕਿ ਬੱਚੇ ਨੂੰ ਚੰਗੇ ਗੁਣ ਸਿਖਾ ਰਹੇ। ਸਾਡੇ ਘਰ ਕੋਈ ਪ੍ਰਾਹੁਣਾ ਆ ਜਾਵੇ, ਅਸੀਂ ਚੀਜ਼ ਫੜਾ ਕੇ ਬੱਚੇ ਨੂੰ ਕਹਿੰਦੇ ਬੇਟਾ ਥੈਂਕ ਯੂ ਬੋਲੋ, ਤੇ ਬੜੇ ਵਿਸਮਾਦ ਵਿੱਚ ਹੁੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਬੜੀਆਂ ਚੰਗੀਆਂ ਗੱਲਾਂ ਸਿਖਾ ਰਹੇ ਆ। ਜਰਾ ਆਪਣੇ ਵੱਲ ਵੇਖੀਏ, ਇਹ ਥੈਂਕ ਯੂ ਸਾਹਿਬਾਂ ਨੂੰ ਕਿੰਨੀ ਵਾਰੀ ਕਹਿੰਦੇ ਆ।
कि अमृत वेले नितनेम की संभाल करके शुकराने की अरदास करते हैं कि रात नूं बिस्तरे ते जान लग्या उस अकाल पुरख नाल चित जोड़ के सोला साहब पढ़ के शुकराने की अरदास करते हैं। बच्चे नूं की सिखावांगी मैं, शुकराना ते मैनू ही भुलिया होया है ते मेरी अवस्था बनी हुई है माया धारी अत अन्ना बोल। सानू लगता है मैं थोड़ा, ये तो कोई और है, ये गल किसी होर लई है, मेरे लिए नहीं है। पर ये बचन अटल ने, इलाही ने, साडे सारे समुची मनुखता ते टुकदे हन। ते साहिब कहंदे ने, हे जीव रूपी नार तां तू है कुचज्जी नार। कुचज्जी नार केड़ी हुंदी है? समाजिक संदर्भ च असीं आखदे हां जेड़ी नार घर दे खजाने नूं खोरा ला देवे, घर दे कीमती सरवाए नूं गवा देवे ते कहने ये तां कुचज्जी है। ये कुचज्जी सुचज्जी किवें बन जावे? साहिब सानू नाल नाल जुगत भी देंदे ने। साहिब कहंदे ने, हे जीव रूपी नार तू रोज जपजी साहब पढ़दी है, पर पढ़दे ही आ ना, कुरलियां ही करदे आ ना, ना समझदे आ, ना अमल करदे आ, ना जीवन विच धारण करदे आ, ना उसको स्वट्टी ते पूरे उतरदे आ। की पढ़दे आ रोज? गावे को दात जाने निशान, गावे को दात जाने निशान। पढ़दे आ पर की कदी पल पल संसार दे स्वाद माणदे आ, परिवार नूं माणदे आ, साहिबां दीयां दित्तियां दातां नूं माणदे आ, शुक्र है शुक्र है शुक्र है करदे आ कि अपने तो नीवे नूं वेख के कदी शुकराने च सिर झुकाउने आ भी साहिब जीओ बड़ी बख्शिश कीती। जे ये दो अखां ही ना हुंदियां ते करोड़ां दे मुੱਲ नाल भी संसार चों नहीं मिलनियां सी। एक लत्त बांह ना हुंदी, कोई मोती दान करके थोड़ी असीं आए हैं भी सानू साबत सूरत ये शरीर ये देह मिल गई। ये मिली सी लाहा लैण लई, ये मिली सी इत्थे कमा के जिन्हां नूं ये दातां नहीं मिलियां उन्हां विच वंडण लई। क्योंकि इस घर की बात बहुत वड्डी है, इस घर का रुतबा बहुत वड्डा है। खालसाई जाहो जलाल केवल दरबार साहब विच फुल्लां दीयां चमकां करन दे नाल ही खत्म नहीं हो जांदे, साहिबां दी एक चौंकी कढ लैण नाल खत्म नहीं हो जांदे। उत्थों ये बात शुरू हुंदी है ते हर गुरु दे सिख दे जीवन विच इस दे झलकारे जद तक नहीं पैंदे उदों तक ये एक्सरसाइज पूरी नहीं हुंदी। साहिब कहंदे ये जीव रूपी नार कुचज्जी तो किवें सुचज्जी बन जावे? आखदे ने, जां तू तां मैं सब को, तू साहिब मेरी रास जियो, तुद अंतर हों सुख वसां, तुद अंतर शाबाश जियो। गल तां इन्नी ही है। साहिब कदों कहंदे ने भी तू घर छड्ड के जंगल च बह जा, तू रोटी पानी छड्ड के वर्त रख के बह जा, तू तपस्या च बह जा, तू मौन धर ला। साहिब ते कहंदे ने तू बस संसार दियां सारियां दौतां नूं माण, जो तेनू गुरु ने बख्शिश कीता माण। हसंदियां खलंदियां खवंदियां पनंदियां विचे होई है मुकत दी जुगत साहब ने दित्ती है। साहिब दी जुगत की है, नानक सतगुर भेटी है पूरी होवे जुगत, हसंदियां खलंदियां खवंदियां पनंदियां विचे होई है मुकत। सानू तां गृहस्थ आश्रम दी प्रधानता गुरु साहब ने दे दित्ती ते नाल आख दिता, हे जीव रूपी नार बस तू उस दियां दातां नूं उस दी निशानी जान के हर पल उस दे शुकराने विच रहना शुरू कर दे, उस दे प्रेम विच आ जा ते एक कुचज्जी नार बन जांदी है सुचज्जी नार। कोई औखा काम है? औखा तो नहीं लगता, विस्मत ही लगता है कि संसार विच रहिंदे पल पल प्रेम विच होइए, विगास विच होइए, खेड़े विच होइए, आनंद विच होइए ते अवस्था इदां दी होवे, जे सुख दे तां तुझे अराधी, दुख भी तुझे ध्याई, जे भुख दे तां इत ही राजा, दुख विच सुख मनाई। क्योंकि जदों चित्त जुड़ गया, जदों प्रीतम नाल सांझ पै गई,
ਜਦੋਂ ਜੋਤ ਜੋਤ ਨਾਲ ਰਲ ਗਈ ਫਿਰ ਪਤਾ ਲੱਗ ਗਿਆ ਇਹ ਤੇ ਆਉਣ ਜਾਣ ਦੀ ਬਾਤ ਹੈ। ਜੇ ਸੱਚਖੰਡ ਦੇ ਦੀਦਾਰ ਗ੍ਰਸਥ ਵਿੱਚ ਹੋ ਜਾਣ, ਸੰਸਾਰ ਵਿੱਚ ਵਿਚਰਦਿਆਂ ਹੋ ਜਾਣ, ਤੇ ਫਿਰ ਤਾਂ ਜੀਵਨ ਮੁਕਤ ਪਦਵੀ ਪੈ ਜਾਂਦੀ ਹੈ ਨਾ ਜੀ। ਇਹ ਸਰੀਰ ਤੇ ਆਣ ਜਾਣ ਵਾਲੀ ਬਾਤ ਹੈ। ਬਸ ਇਹ ਪ੍ਰੇਮ ਪੈਦਾ ਹੋ ਜਾਵੇ, ਬਾਕੀ ਗੱਲਾਂ ਸਾਹਿਬ ਫਿਰ ਆਪੇ ਹੀ ਕਰ ਦਿੰਦੇ ਨੇ। ਆਪਾਂ ਸ਼ਬਦ ਪੜ੍ਹਦੇ ਆ ਨਾ ਸੁਖਮਨੀ ਸਾਹਿਬ ਚ, ਚਰਨ ਸਰਣ ਗੁੜ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲਿਤ। ਸਾਹਿਬਾਂ ਦਾ ਹਰ ਬਚਨ ਇੱਕ ਕਰਾਮਾਤ ਹੈ ਔਰ ਇਹ ਹਰ ਜੀਵਨ ਚ ਘਟ ਸਕਦਾ ਹੈ। ਬਸ ਸਾਡਾ ਭਰੋਸਾ ਪੂਰਾ ਹੋ ਜਾਵੇ, ਸਾਨੂੰ ਮੱਥਾ ਟੇਕਣਾ ਆ ਜਾਵੇ, ਸਾਨੂੰ ਪ੍ਰੀਤ ਦੀ ਗੰਢ ਬੰਨਣੀ ਆ ਜਾਵੇ। ਤੇ ਜਦੋਂ ਇੰਨਾ ਹੋ ਜਾਵੇ ਫਿਰ ਸਾਹਿਬ ਇਸ ਤੋਂ ਅਗਲੀ ਅਵਸਥਾ ਦੀ ਬਾਤ ਵੀ ਕਰਦੇ ਹਨ। ਜਦੋਂ ਪ੍ਰੇਮ ਹੋ ਜਾਵੇ ਕਿਸੇ ਨਾਲ ਤੇ ਫਿਰ ਚਿੱਤ ਕਰਦਾ ਨਾ ਉਸੇ ਦੀਆਂ ਬਾਤਾਂ ਪਾਈਏ, ਉਸੇ ਦੇ ਗੀਤ ਗਾਈਏ। ਫਿਰ ਸਾਹਿਬ ਇਹ ਸਤਸੰਗੀ ਜੀਵਾਂ ਨੂੰ ਆਖਦੇ ਨੇ, ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ, ਸਮਰਥ ਕੰਤ ਕੀਆਂ। ਸੱਚ ਜਾਣਿਓ ਇਹ ਅਵਸਥਾ ਹੈ। ਫਿਰ ਦੁਨੀਆ ਦੇ ਰੁਤਬੇ ਬਹੁਤ ਛੋਟੇ ਹੋ ਜਾਂਦੇ ਨੇ। ਫਿਰ ਅਵਸਥਾ ਹੋ ਜਾਂਦੀ ਹੈ, ਜੇ ਰਾਜ ਦੇਵੇ ਤਾਂ ਕਵਨ ਵਡਾਈ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਏ। ਸਭੋ ਗੱਲਾਂ ਵਿਸਰਨ, ਬਸ ਇੱਕੋ ਵਿਸਰ ਨਾ ਜਾਏ, ਬਸ ਇਹੀ ਚਿੱਤ ਵਿੱਚ ਰਹਿ ਜਾਂਦਾ ਹੈ। ਤੇ ਜਦੋਂ ਅਵਸਥਾ ਇਹ ਬਣ ਜਾਵੇ ਫਿਰ ਸਤ ਸੰਗਤ ਕਰਨ ਤੇ ਜੀ ਕਰਦਾ ਹੈ, ਫਿਰ ਸੰਗਤ ਵਿੱਚ ਆਉਣ ਤੇ ਜੀ ਕਰਦਾ ਹੈ, ਫਿਰ ਨਿਤਨੇਮ ਵਿੱਚ ਵੀ ਮਨ ਜੁੜਦਾ ਹੈ, ਤੇ ਫਿਰ ਅੰਮ੍ਰਿਤ ਵੇਲੇ ਗੁਰੂ ਘਰ ਆ ਕੇ ਆਸਾ ਕੀ ਵਾਰ ਸੁਣਨ ਤੇ ਵੀ ਚਿੱਤ ਕਰਦਾ ਹੈ। ਤੇ ਜਦੋਂ ਇਹ ਅਵਸਥਾ ਆਂਦੀ ਸਾਹਿਬ ਕਹਿੰਦੇ, ਫਿਰ ਜੋ ਦਿਸੇ ਗੁਰਸਿੱਖੜਾ ਤਿਸ ਨਿਮ ਨਿਮ ਲਾਗਾ ਪਾਏ ਜਿਉ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂ ਜਾਏ ਜਿਉ। ਮੇਰੀ ਦੁਆਇਤ ਕਿਤੇ ਰਵੇ ਹੀ ਨਾ, ਮੇਰੀ ਅਵਸਥਾ ਉਹ ਭਗਤ ਰਵਿਦਾਸ ਵਾਂਗੂ ਹੋ ਜਾਵੇ, ਕਿਤੇ ਬੈਠਾ ਜੁੱਤੀਆਂ ਗੰਢਦਾ ਹੈ, ਕੋਈ ਸੰਸਾਰ ਕੁਛ ਆਖੇ ਉਹ ਆਖਦਾ ਮੇਰੀ ਜਾਤ ਕਮੀਨੀ, ਪਾਤ ਕਮੀਨੀ, ਹੋਛਾ ਜਨਮ ਹਮਾਰਾ, ਪਰ वो करता तू तू करता तू हुआ, मुझ में रहा ना हो। जब आपा पर का मिट गया, जत देखा तत तू। जदों ये अवस्था प्राप्त हो जावे फिर ये जीव रूपी नार गुणवंती अखवाउंदी है, गुरमुख खवाउंदी है, सतसंगी अखवाउंदी है। बस इसे जीव रूपी नार नूं गुरु जी आखदे ने, जिन मानस ते देवते किए करत न लागी बार। गल ते केवल इन्नी है ना, बाबा बुल्ले शाह जो कहंदा सी रब नूं की पाउणा, इत्थों पटना ते इत्थे लाउणा। गल ते इन्नी है ना, गल ते इन्नी है ना कि हौमे दा कंडा कढ के सुट्टण दी बात है, मैं तो तू दे सफर वल तुरन दी बात है। ते जदों मैं तो तू दा सफर करके ये अवस्था प्राप्त करते हैं, आओ अज घरे जाके आपे नाल सवाल करांगे। साहिबां दा पहला प्रकाश उत्सव है। साहिब जीओ बलिहार कुर्बान, सानू सिरां दा मुल नहीं देना पिया, असीं सिख घर विच जन्मे। सानू तुसी बादशाहियां दे के अपने सिंह पुत्तर बना के कौर धीआं बना के नवाजिया। बस ये सूरबीरता, ये शहजादियां वाला रोल मेरे जीवन विच धारण हो जावे। अज जे मैं कुचज्जी हाँ तो साहिब अगे अरदास करके झोली अड्ड के सुचज्जी बनदा यतन करा। जे अज मैं सुचज्जी हाँ तो गुणवंती होने वाल अगे तुरा, तो फिर निता प्रति जुड़ के अपने जीवन की उस उचाई नूं प्राप्त करा जिसलिए संसार विच मैं आई हाँ। ये जीव आया है, ये ते है अध्यात्मक पंथ ते गुरु ग्रंथ साहिब दे विच क्लासीफिकेशन मनुखता दी। अज साडा अवस्था की है? कहंदे ने एक उर्दू दा शेर है, बड़ा मुश्किल है आज आदमी का इंसान होना। अज साडे अंदर इन्ने फुरने, इन्ना कुछ साडे चारों पासे अज दे IT युग करके साडे
ਵੱਡੀਆਂ ਸਕਰੀਨਾਂ ਕਰਕੇ ਆਲੇ ਦੁਆਲੇ ਦੀ ਚਮਚ ਕਰਕੇ ਹੈ ਕਿ ਅਸੀਂ ਬੌਂਦਣੇ ਪਏ ਹਾਂ। ਅਸੀਂ ਐਸੀ ਅੰਨੀ ਦੌੜ ਵਿੱਚ ਤੁਰੇ ਹੋਏ ਹਾਂ ਜਿਹਨੂੰ ਅਸੀਂ ਕਦੇ ਨਹੀਂ ਜਿੱਤ ਸਕਦੇ, ਜਿੱਥੇ ਅਸੀਂ ਕਦੇ ਕੁਝ ਪ੍ਰਾਪਤ ਨਹੀਂ ਕਰ ਸਕਦੇ ਤੇ ਅਸੀਂ ਆਪਣਾ ਖਜ਼ਾਨਾ ਗਵਾ ਰਹੇ ਹਾਂ। ਸਾਹਿਬ ਕਹਿੰਦੇ ਨੇ ਮਿਸਾਲ ਹੈ ਸਾਡੇ ਕੋਲ, ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਕਹਿਤ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਚਾੜ। ਤੇ ਸਾਹਿਬ ਕਹਿੰਦੇ ਨੇ ਇਹ ਤੇ ਹੈ ਅਧਿਆਤਮਕ ਪੰਥ ਤੇ ਜੀਵ ਰੂਪੀ ਨਾਰ ਲਈ ਸੁਨੇਹਾ। ਸਮਾਜਿਕ ਪੰਥ ਤੇ ਸੱਭਿਆਚਾਰਕ ਸੰਦਰਭ ਤੇ ਕਮਾਲ ਦੀ ਬਾਤ ਹੈ, ਸਾਇੰਸ ਜਿਉਂ-ਜਿਉਂ ਤਰੱਕੀ ਕਰੇਗੀ, ਸਮਾਜ ਸੰਸਾਰ ਜਿਉਂ-ਜਿਉਂ ਅੱਗੇ ਵਧੇਗਾ, ਇਹ ਦਾਵਾ ਹੈ ਕਿ ਉਸ ਨੂੰ ਜੁਗਤ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਕਲਾਵੇ ਵਿੱਚ ਆਉਣਾ ਪਏਗਾ। ਕਿਉਂਕਿ ਇੱਥੇ ਸਮੁੱਚੀ ਜੀਵਨ ਜਾਚ ਹੈ। ਇੱਥੇ ਬਾਤ ਕੇਵਲ ਅਧਿਆਤਮ ਦੀ ਨਹੀਂ, ਇੱਥੇ ਬਾਤ ਸਮਾਜਿਕ ਸੰਦਰਭਾਂ ਦੀ ਹੈ, ਇੱਥੇ ਬਾਤ ਰਾਜਨੀਤੀ ਦੀ ਹੈ, ਨਿਆਂ ਪ੍ਰਣਾਲੀ ਦੀ ਹੈ, ਸੁਚੱਜੇ ਸੱਭਿਆਚਾਰ ਦੀ ਹੈ। ਸੰਸਾਰ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਰਹਿਬਰ ਹੋਏ ਨੇ ਜਿਨ੍ਹਾਂ ਨੂੰ ਸੱਭਿਆਚਾਰਕ ਪੰਥ ਤੇ ਘਰ ਘਰ ਵਿੱਚ ਗਾਇਆ ਗਿਆ, ਬੱਚੇ ਬੱਚੇ ਵੱਲੋਂ ਗਾਇਆ ਗਿਆ, ਬਾਬੇ ਨਾਨਕ ਦਾ ਘਰ ਕਿਹੜਾ, ਜਿਹੜਾ ਹੋਵੇ ਖੁੱਲਾ ਵਿਹੜਾ। ਜਦੋਂ ਪਰਿਵਾਰ ਸੰਯੁਕਤ ਸਨ, ਜਦੋਂ ਵੱਡੇ ਪੁਰਖੇ ਦਾਦੇ ਪੜਦਾਦੇ ਚਾਚੇ ਤਾਏ ਸਭ ਇੱਕੋ ਹੁੰਦੇ ਸਨ, ਇੱਕੋ ਚੁੱਲ੍ਹਾ ਹੁੰਦਾ ਸੀ ਤੇ ਵੰਡ ਕੇ ਛਕਣ ਦੀ ਬਾਤ ਸੀ। ਇੱਕ ਸਾਈਕਲ ਨਾਲ ਘਰ ਦੇ 4-4 5-5 ਜੀ ਸੰਤੋਖ ਵਿੱਚ ਰਹਿੰਦੇ ਸਨ, ਕੋਈ ਲੜਾਈ ਕੋਈ ਝਗੜਾ ਨਹੀਂ ਸੀ, ਮੰਜੇ ਡਹਿੰਦੇ ਸਨ, ਇਕੱਠੇ ਬਿਸਤਰੇ ਵਿਛਦੇ ਸਨ। ਉਹ ਆਨੰਦ ਜੋ ਸਨ ਉਹ ਕਿਸੇ ਵੀ ਏਸੀ ਵਿੱਚੋਂ ਨਹੀਂ ਲੱਭ ਸਕਦੇ। ਤੇ ਉਹਨਾਂ ਵੇੜਿਆਂ ਨੂੰ ਉਸ ਸਮੇਂ ਈਡੀਅਮ ਬਣ ਕੇ ਗਾਇਆ ਜਾਂਦਾ ਸੀ, ਕਿਉਂਕਿ ਅੰਮ੍ਰਿਤ ਵੇਲੇ ਦੁੱਧ ਵਿੱਚ ਮਧਾਣੀ ਪਾਉਂਦਿਆਂ ਮਾਂ ਜਪਜੀ ਦੇ ਸਿਮਰਨ ਕਰਦੀ ਸੀ, ਆਸਾ ਕੀ ਵਾਰ ਦੇ ਜਾਪ ਹੁੰਦੇ ਸਨ। ਬਜ਼ੁਰਗ ਆਪ ਮੁਹਾਰੇ ਮੰਜਿਆਂ ਤੇ ਬੈਠੇ ਆਸਾ ਕੀ ਵਾਰ ਪੂਰੀ ਸੁਣਾ ਦਿੰਦੇ ਸਨ ਤੇ ਉਸ ਵੇਲੇ ਆਖਿਆ ਜਾਂਦਾ ਸੀ, ਬਾਬੇ ਨਾਨਕ ਦਾ ਘਰ ਕਿਹੜਾ, ਜਿਹੜਾ ਹੋਵੇ ਖੁੱਲਾ ਵਿਹੜਾ। ਮੈਨੂੰ ਯਾਦ ਕਦੇ ਨਹੀਂ ਭੁੱਲਦਾ, ਈਰੀਏ ਪੰਭੀਰੀਏ ਪੰਬੇ ਦਾ ਘਰ ਕਿਹੜਾ, ਫੁੱਲਾਂ ਵਾਲੀ ਕੋਠੜੀ ਅਨਾਰਾਂ ਵਾਲਾ ਵਿਹੜਾ, ਬਾਬੇ ਨਾਨਕ। ਇਹ ਕਿੰਨੀ ਵੱਡੀ ਗੱਲ ਹੈ। ਇੱਥੇ ਕੋਈ ਪਖੰਡ ਕਰਨ ਵਾਲੀ ਬਾਤ ਨਹੀਂ ਵੀ ਚਿੱਟੇ ਚੋਲੇ ਪਾ ਕੇ ਤੁਸੀਂ ਜਾਪ ਕਰਨਾ ਹੈ, ਪ੍ਰਚਾਰ ਕਰਨਾ। ਇੱਥੇ ਤੇ ਹਰ ਸਿੱਖ ਪ੍ਰਚਾਰਕ ਹੈ, ਹਰ ਮਾਂ, ਹਰ ਬੱਚਾ, ਹਰ ਬਾਪ, ਹਰ ਦਾਦਾ, ਕਿਉਂਕਿ ਸਾਹਿਬਾਂ ਦੀ ਜੁਗਤ ਸਭ ਲਈ ਇੱਕੋ ਰਿਹਾ। ਪਰ ਸਮਾਜਿਕ ਸੰਦਰਭ ਵਿੱਚ ਹੁਣ ਜਿਹੜੇ ਨਾਰ ਗੁਣਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਮਨੁੱਖਤਾ ਦੇ ਲਈ, ਉਹਦੀ ਗੱਲ ਕਰਦੇ ਆ। ਗੁਰੂ ਸਾਹਿਬ ਕਹਿੰਦੇ ਨੇ 32 ਸੁਲੱਖਣੀ ਨਾਰ ਤੂੰ ਬਣ, ਹੇ ਜੀਵ ਤੂੰ 32 ਸੁਲੱਖਣੀ ਨਾਰ ਬਣ। ਉਹ 32 ਸੁਲੱਖਣੀ ਦੇ ਗੁਣ ਕਿਹੜੇ ਨੇ ਜਿਹੜੇ ਸਹਿਜ ਔਰਤ ਨੂੰ ਅਕਾਲ ਪੁਰਖ ਨੇ ਦਿੱਤੇ ਨੇ ਨਾ ਰਸੋਈ ਦੀ ਕਲਾ, ਦਿੱਤੇ ਨੇ ਨਾ ਬੱਚੇ ਨੂੰ ਪਾਲਣ ਦੀ ਜੁਗਤ, ਦਿੱਤੇ ਨੇ ਨਾ ਪ੍ਰਾਹੁਣਚਾਰੀ ਦੇ ਗੁਣ, ਪ੍ਰੇਮ ਦਾ ਗੁਣ, ਸਹਿਜ ਦਾ ਗੁਣ, ਸੰਤੋਖ ਦਾ ਗੁਣ। ਸਾਹਿਬ ਨੇ ਸੰਸਾਰ ਨੂੰ ਜੁਗਤ ਦਿੱਤੀ ਕਿ ਹੇ ਜੀਵ ਤੂੰ ਅਕਾਲ ਪੁਰਖ ਨੂੰ ਪਾਉਣਾ, ਕਿਵੇਂ ਪਾਉਣਾ? ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿਨੇ ਗੁਣੀ। ਕਿਹੜੇ ਗੁਣ? ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ। ਸੰਸਾਰ ਨੂੰ ਕਿਆ ਨਿਵਣ ਸੋ ਅੱਖਰ ਖਾਵਣ ਗੁਣ, ਜੇਬਾਂ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਬਾਤ ਕੇਵਲ ਅਕਾਲ ਪੁਰਖ ਪ੍ਰਭੂ ਪਤੀ ਨੂੰ ਪਾਉਣ ਦੀ ਨਹੀਂ ਹੈ, ਉਸ ਤੋਂ ਪਹਿਲਾਂ ਸੰਸਾਰ ਵਿੱਚ ਪਰਿਵਾਰ ਵਿੱਚ ਇਸ ਦੀ ਐਕਸਰਸਾਈਜ਼ ਕਰਕੇ ਪਰਿਵਾਰ ਨੂੰ ਜਿੱਤਣ ਦੀ ਹੈ। ਆਪਣੀ ਸੰਗਤ ਵਿੱਚ ਪ੍ਰੇਮ ਦੀ ਉਹ ਲਹਿਰ ਪੈਦਾ ਕਰਨ ਦੀ ਹੈ। ਕਿੰਨੀ ਸੁਖੈਨ ਬਾਤ ਹੈ, ਸਹਿਜ ਤੇ ਸੰਤੋਖ ਦੀ ਬਾਤ। ਤੇ ਸਾਹਿਬ ਕਹਿੰਦੇ ਨੇ ਇਹ ਗੁਣ ਪ੍ਰਾਹੁਣਚਾਰੀ ਤੇਰਾ ਗੁਣ ਹੈ, निर्मलता तेरा गुण है, सहज तेरा गुण है, कोमलता तेरा गुण है। और कमाल दी बात है नार गुणां नूं वड्यांदियां साहब कहंदे ने नारी कौन है? कड कसीदा पैरन चोली तां तुम जानो नारी। अज कसीदा किथे है? लभ लो किते नहीं लभेगा। अज किसे अंदर वो सहज ही नहीं कि कसीदा कढ़िया जा सके, क्योंकि कसीदा मलमल उत्ते इन्नी बरीक तंद है
इन्ने बरीक तोपे हन कि अज लभ्या तुहानू नहीं लभणे जिहड़ियां तुहाडीआं नानियां दादियां बातां पाउंदियां गीत गाउंदियां तरिंजणा च बैठ के सहजे ही कढ लैंदियां सन, कढदियां सन ना, तरिंजण लगदे सन ते कसीदे कढे जांदे सन। अज कसीदा किसी बहुत पुराने युग की बात हो गई है। साहिब कहते ने ये तेरी परिभाषा है जीव रूपी नार, और मैं औरत रूप विच आखांगी ये औरत दी कोमलता सहजता दे गुण दा सिखर है। कड कसीदा पैरन चोली तां तुम जानो नारी, फिर तू नारी है। ये सहज दी बात साहब ने पाई ते 32 गुणा सुलखणी नार दे लई की वड्या के आख्या। अज दा संसार आखदा है ना रिजर्वेशन लैनी है, मनुखी बराबरी दी गल करनी है, बराबरी दे अधिकार लैणे ने, ते ओ बराबरी किहड़ी है 33% रिजर्वेशन। मतलब तुसी अज भी हीणे हो, तुसी अज भी कमजोर ही हो, पर तुहानू 33% रिजर्वेशन दे के बराबर लियाउने आ। हौली हौली अगे आओगे ना, क्योंकि तुसी इस काबल ही नहीं। ते बलिहार जाइए ना, साहिब तां संसार नू कहंदे आ इस जग में पुरख कह के हे मूर्ख, जे तू मैनू पाउणा है ते पहला नार दे गुण धारण कर, फिर तू मेरे दर ते प्रवान हो सकेगा। वो 32 सुलखणी नार नू साहिब आखदे ने 32 सुलखणी सच संतत पूत आग्याकारी सुगड़ स्वरूप। गुण देखो नार दे, इच्छ पुने मन कंत स्वामी सगल संतोखी देर जठानी, सब परवारे माए श्रेष्ठ मत्ती देवे देवर ज्येष्ठ। धन सुग्रह जित प्रगटे आए जन नानक सुख है सुख विहाए। 32 सुलखणी नार सब परवारे मई श्रेष्ठ है, उत्तमों में उत्तम है। मनुख जाति विच पूरी मानवता विच सब तो सिखर दा दर्जा रखदी है, ते ओ सचियार पुत्र दी माता है, क्योंकि वो भरोसे विच है, वो सहज विच है, वो संतोख विच है, ते ओ गुरमुख रूह है, रंगरत्ती रूह है। इस भरोसे वाले माता पिता दी औलाद फिर कहंदे ने ना, जिस कौम दी मां सतपुरखी होवेगी उस दी औलाद हमेशा अकाल पुरखी होवेगी, ये दावा है। ते पता ही है सानू, जिहो जी धरती होवेगी, जिहो जिहा बीज होवेगा, उपज ओहो जी होवेगी। असी संसार विच किस पासे तुरे आ? साहिब कहंदे ओ जीव रूपी नार, वो आग्याकारी भी है, वो सियाणी भी है, वो सब परिवार च कितनी श्रेष्ठ है कि वो परिवार दे विगड़े हुए जी, चाहे वो दियोर है चाहे वो जेठ है, उसनू भी सीधे राह ते लिया सकती है, क्योंकि वो आप सचियार पद दी पांदी है। ते सच तो मुनकर कौन हो सकता है? सच नू पिठ कौन दिखा सकता है? हाँ समा लग सकता है, हाँ औकड़ा आ सकदियां ने, असी कहण बड़ी छेती काले पै जाने आ कि असी ते सब शुरू करता जी, गल तां फिर भी नहीं बनदी पई। ये साडा इम्तिहान हुंदा जद तक असी पक ना जाइए, जद तक साडी धरती पूरी तैयार ना हो जाए, तद तक सुहागा मारना ही पैंदा है, वत्तर लाउणा ही पैंदा है। बीज पाण तो पहला धरती दी तैयारी बहुत जरूरी है। ते हे जीव तेरे यही दो गुण ने। साहिब कहते ने ये जीव रूपी नार ये 32 सुलखणी बन के संसार विच विचर जाए। ते फिर ऐसी नार लई भाई गुरदास जी की कहते ने, गुरमत ज्ञान गुर वेद विच अर्ध शरीरी मोख दुआरी। ऐसी 32 सुलखणी नार परिवार दे मुक्ति दा साधन बन जाती है, रस्ता बन जाती है। ते मैनू याद आंदा है एक समा सी, बच्चे भावां पढ़ जान, बच्चे भावां किते पहुंच जान, घर दियां सारियां सलावां बजुर्ग माई तो लईयां जांदियां सन। घर दा बंदा किन्ना सियाणा होवे, यूनिवर्सिटी च काम करदा होवे, किसी वड्डे कारपोरेट सैक्टर च होवे, कोई दुख दा समा होवे, सुख दा होवे, ते माता दे गोडियां नाल बैठ के पुछना भी माई हुण किवें करना है, मां जी हुण किवें करना है। ते सलाह मां जी दी चलेगी। ओ मां जी जिहड़ी टोटल अनपढ़ सी, पर वो अनपढ़ नहीं सी,
ਉਹ ਗੁੜੀ ਹੋਈ ਸੀ, ਪੂਰੇ ਜੀਵਨ ਦੀ ਸਿੱਖਿਆ ਉਹਦੇ ਕੋਲ ਸੀ। ਇਹਨਾਂ ਅਮਲਾਂ ਨੂੰ ਅਸੀਂ ਜੀਵਨ ਤੋਂ ਖੁੰਝਾ ਨਹੀਂ ਸਕਦੇ। ਆਓ ਜ਼ਰਾ ਵੇਖੀਏ ਸਾਹਿਬਾਂ ਦਾ ਇੰਨਾ ਮਹਾਨ ਖਜ਼ਾਨਾ ਸਾਨੂੰ ਪ੍ਰਾਪਤ, ਐਸੀਆਂ ਜੁਗਤਾਂ ਸਾਨੂੰ ਪ੍ਰਾਪਤ, ਤੇ ਇਤਿਹਾਸ ਵਿੱਚੋਂ ਚੰਦ ਮੈਂ ਸਾਹਮਣੇ ਰੱਖਣੇ ਚਾਹਾਂਗੀ। ਜਦੋਂ ਗੁਰੂ ਸਾਹਿਬ ਦੀਆਂ ਬਖਸ਼ਾਂ ਐਸੀਆਂ ਸਨ ਤੇ ਫਿਰ ਗੁਰੂ ਘਰ ਦੀਆਂ ਮਾਵਾਂ ਭੈਣਾਂ ਨੇ ਕਿਵੇਂ ਕਮਾਇਆ ਉਸ ਨੂੰ, ਪੂਰਾ ਇਤਿਹਾਸ ਸੁਨਹਿਰੀ ਅੱਖਰਾਂ 'ਚ ਲਿਖਿਆ ਹੈ। ਇਹਨਾਂ ਮਾਵਾਂ ਦੇ ਸਦਕਾ ਹੁਣ ਮੈਂ ਮਾਵਾਂ ਤੇ ਆ ਜਾਂਦੀਆਂ, ਭੈਣਾਂ ਤੇ ਆ ਜਾਂਦੀਆਂ। ਗੁਰੂ ਨਾਨਕ ਪਾਤਸ਼ਾਹ ਦੀਆਂ ਪਹਿਲਾਂ ਕਿਸਨੇ ਪਛਾਣਿਆ? ਬੇਬੇ ਨਾਨਕੀ ਨੇ। ਲੋਕਾਂ ਆਖਿਆ ਨਾਨਕ ਡੁੱਬ ਗਿਆ, ਤੇ ਬੇਬੇ ਨਾਨਕੀ ਨੇ ਕੀ ਆਖਿਆ? ਮੇਰਾ ਵੀਰ ਤਾਂ ਡੁੱਬਿਆਂ ਨੂੰ ਤਾਰਨ ਆਇਆ, ਨਾਨਕ ਕਿਵੇਂ ਡੁੱਬ ਸਕਦਾ ਹੈ? ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਉਦਾਸੀਆਂ ਲਈ ਲੈ ਕੇ ਤੁਰਨ ਲੱਗੇ ਨੇ। ਭਾਈ ਮਰਦਾਨਾ ਜੀ ਉਦਾਸ ਹੈ, ਨਵਾਂ ਝੂਣੇ ਨੇ। ਬੇਬੇ ਨਾਨਕੀ ਪੁੱਛਦੀ ਹੈ ਕਿ ਕੀ ਕਾਰਨ ਹੈ ਆਪ ਦੀ ਉਦਾਸੀ ਦਾ, ਤੇ ਭਾਈ ਮਰਦਾਨਾ ਜੀ ਬੇਨਤੀ ਕਰਦੇ, ਮੈਂ ਗਰੀਬ ਰਾਸੀ ਹਾਂ, ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਪਿੱਛੋਂ ਕੌਣ ਕਰੇਗਾ, ਰੋਟੀ ਟੁੱਕ ਦਾ ਕੀ ਪ੍ਰਬੰਧ ਹੋਏਗਾ? ਤੇ ਬੇਬੇ ਨਾਨਕੀ ਜੀ ਨੇ ਉਸ ਵੇਲੇ ਆਖ ਦਿੱਤਾ ਭਾਈ ਮਰਦਾਨਾ ਜੀ ਨੂੰ, ਅੱਜ ਤੋਂ ਤੂੰ ਸਾਹ ਦੇ ਬਾਲ ਅਸਾਂ ਦੇ ਹੋਏ। ਵੀਰ ਨਾਨਕ ਦੇ ਬਾਲਾਂ ਦਾ ਹੀ ਪਾਲਣ ਪੋਸ਼ਣ ਨਹੀਂ ਕੀਤੀ, ਆਪਣੀ ਭਾਬੀ ਦੇ ਨਾਲ ਜੀਵਨ ਭਰ ਦੀ ਅਟੁੱਟ ਸਾਂਝ ਨਹੀਂ ਬਣਾਈ। ਨਨਾਣ ਤੇ ਭਰਜਾਈ ਦੇ ਰਿਸ਼ਤੇ ਦਾ ਸੰਸਾਰ ਵਿੱਚ ਇੱਕ ਇਲਾਹੀ ਨਮੂਨਾ ਹੀ ਨਹੀਂ ਬਣੀ। ਭਾਈ ਮਰਦਾਨੇ ਦੀ ਬਾਲਾਂ ਨੂੰ ਵੀ ਸਾਂਭ ਕੇ ਪ੍ਰਚਾਰ ਦੀ ਪਹਿਲੀ ਕੜੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦਿਆਂ ਬਾਬੇ ਨਾਨਕ ਦੇ ਹੱਥ ਰਬਾਬ ਫੜਾ ਕੇ ਇਹ ਇਲਾਹੀ ਧੁਨਾਂ ਦੀ ਵੀ ਬਖਸ਼ਿਸ਼ ਦਿੱਤੀ। ਮਾਤਾ ਖੀਵੀ ਜੀ ਸੰਸਾਰ ਦੇ ਇਤਿਹਾਸ ਵਿੱਚ, ਜੇ ਭਾਈ ਲਹਿਣਾ ਜੀ ਗੁਰੂ ਦੇ ਅੰਗ ਲੱਗ ਕੇ, ਦੇਖੋ ਕਰਾਮਾਤਾਂ ਨੇ ਨਾ, ਅੰਗਦ ਗੁਰੂ ਅੰਗਦ ਬਣ ਗਏ, ਤੇ ਮਾਤਾ ਖੀਵੀ ਜੀ ਦੀ ਉਹ ਕਲਾ 32 ਸੁਲੱਖਣੀ ਦੀ ਕਲਾ, ਰਸੋਈ ਕਲਾ ਨੇ ਕੈਸਾ ਕਮਾਲ ਕੀਤਾ ਕਿ ਸੰਸਾਰ ਦੇ ਇਤਿਹਾਸ ਵਿੱਚ ਜੇ ਮਾਣ ਕਰਨਾ ਹੋਵੇ, ਸੰਸਾਰ ਦਾ ਇੱਕੋ ਇੱਕ ਗ੍ਰੰਥ ਗੁਰੂ ਗ੍ਰੰਥ ਸਾਹਿਬ, ਜਿਸ ਵਿੱਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਇੱਛਾਵਾਂ ਪਤਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਅੱਜ ਤੱਕ ਕੋਈ ਸੰਸਾਰ ਦਾ ਰੈਵੋਲੂਸ਼ਨਰੀ, ਕੋਈ ਬਹੁਤ ਮਹਾਨ ਔਰਤ ਮਰਦ ਏਡਾ ਵੱਡਾ ਕੰਮ ਨਹੀਂ ਕਰ ਸਕਿਆ ਜੋ ਮਾਤਾ ਖੀਵੀ ਜੀ ਦੀ ਰਸੋਈ ਦੀ ਸੇਵਾ ਨੇ ਕਰ ਦਿੱਤਾ, ਲੰਗਰ ਦੀ ਸੇਵਾ ਨੇ ਕਰ ਦਿੱਤਾ। ਫਿਰ ਇੱਥੇ ਬਸ ਨਹੀਂ, ਮਾਤਾ ਖੀਵੀ ਜੀ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕੀਤਾ ਹੋਏਗਾ? ਉਸ ਮਾਂ ਨੇ ਆਪਣੀ ਧੀ ਨੂੰ ਕਿਹੜੀ ਸਿੱਖਿਆ ਦਿੱਤੀ? ਗੁਰੂ ਸਾਹਿਬ ਨੇ ਇੱਕ ਸਾਨੂੰ ਜਾਚ ਦਿੱਤੀ ਸੀ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਕਿਹੜਾ ਦਾਜ ਸਾਹਿਬ ਮੰਗਦੇ ਨੇ? ਹਰ ਕੱਪੜੇ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ। ਸਾਹਿਬ ਤੇ ਕਹਿੰਦੇ, ਹੇ ਜੀਵ ਰੂਪੀ ਨਾਰ, ਤੂੰ ਪ੍ਰੇਮ ਦਾ, ਤੂੰ ਉਹਦੀ ਸੋਭਾ ਦਾ ਦਾਜ ਇਕੱਠਾ ਕਰ ਤਾਂ ਕਿ ਤੇਰਾ ਅੱਗੇ ਸੁਹੇਲਾ ਹੋਵੇ। ਅਸੀਂ ਪੁੱਠੀ ਰੀਤ ਤਾਂ ਦਾਜ ਦੀ ਪਾਲੀ ਸਮਾਜ ਵਿੱਚ, ਪਰ ਉਸ ਅਸਲ ਨੂੰ ਧਾਰਨ ਨਹੀਂ ਕੀਤਾ। ਬੀਬੀ ਅਮਰੋ ਜੀ ਨੇ ਜਦੋਂ, ਬੀਬੀ ਮਾਤਾ ਖੀਵੀ ਜੀ ਨੇ ਜਦੋਂ ਆਪਣੀ ਧੀ ਬੀਬੀ ਅਮਰੋ ਨੂੰ ਇਹ ਗੁਰਮਤ ਦੀ ਸਿੱਖਿਆ ਦੇ ਕੇ ਤੋਰਿਆ, ਤੇ ਫਿਰ ਵੇਖੋ ਕਰਾਮਾਤਾਂ ਹੁੰਦੀਆਂ ਨੇ। ਕਿੱਡਾ ਰਿਸ਼ਤਾ ਬਦਨਾਮ ਹੈ ਅੱਜ, ਨੂੰ ਸੱਸ ਸਹੁਰਿਆਂ ਦਾ ਬਦਨਾਮ ਹੈ ਨਾ, ਮੈਂ ਝੂਠ ਤੇ ਨਹੀਂ ਬੋਲਦੀ। ਕਿੱਡੀ ਕਰਾਮਾਤ ਹੋ ਰਹੀ ਹੈ, ਰਿਸ਼ਤੇ ਵਿੱਚ ਪਤਿਓਰੇ ਨੇ। ਭਾਈ ਅਮਰੂ ਜੀ ਉਸ ਵੇਲੇ ਤੇ ਭਾਈ ਅਮਰੂ ਜੀ ਸੀ। ਇਹ ਮਾਤਾ ਦੀ ਦਿੱਤੀ ਸਿੱਖਿਆ, ਇਹ ਮਾਤਾ ਦੀ ਕਰਾਈ ਪੜ੍ਹਾਈ। ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਜਦੋਂ ਗੁਰਬਾਣੀ ਦੇ ਜਾਪ ਜਪਦੇ ਨੇ, ਦੁੱਧ ਵਿੱਚ ਮਧਾਣੀ ਪਾਉਂਦੇ ਆ, ਉਹ ਬਾਣੀ ਨੂੰ ਸੁਣ ਕੇ ਜਿਹੜੀ ਖਿੱਚ ਬਾਬਾ ਅਮਰੂ ਜੀ ਦੇ ਅੰਦਰ ਪੈਂਦੀ ਹੈ, ਉਹਨਾਂ ਨੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਗੁਰੂ ਅਮਰਦਾਸ ਬਣਾ ਦਿੰਦੀ ਹੈ। ਸਾਹਿਬਾਂ ਨੇ ਨਾਰ ਗੁਣਾਂ ਦੀ ਬਾਤ ਨਹੀਂ ਪਾਈ। ਇਹ ਕਰਾਮਾਤਾਂ ਸਿੱਖ ਘਰ ਵਿੱਚ ਹੋਈਆਂ ਨੇ, ਬਾਰ-ਬਾਰ ਹੋਈਆਂ ਨੇ, ਤਾਂ ਕਿ ਅਸੀਂ ਕਿਤੇ ਡੋਲ ਨਾ ਜਾਈਏ ਕਿ ਸ਼ਾਇਦ ਇਹ ਗੱਲਾਂ ਨੇ, ਸ਼ਾਇਦ ਇਹ ਸਾਹਿਬ ਦੀ ਬਾਣੀ ਪੜਨ ਤੇ ਸੁਣਨ ਲਈ ਹੈ, ਅਮਲ ਲਈ ਨਹੀਂ ਹੈ। ਫਿਰ ਬੀਬੀ ਭਾਨੀ ਜੀ ਦੀ ਬਾਤ ਦੇਖੋ, ਭਾਈ ਜੇਠਾ ਜੀ ਦਾ ਸੰਗ ਦੇਖੋ। ਅੱਜ ਸਾਡਾ ਜੀਵਨ ਕਿੱਥੇ ਹੈ? ਮਾਤਾ ਪਿਤਾ ਹੁੰਦਿਆਂ ਮੈਂ ਬਿਲਕੁਲ ਆਖਾਂਗੀ, ਸਾਹਿਬ ਕਹਿੰਦੇ ਨੇ ਮਤ ਮਾਤਾ ਸੰਤੋਖ ਪਿਤਾ। ਅੱਜ ਅਸੀਂ ਦੋਨਾਂ ਨੂੰ ਮਾਰਤਾ। ਅੱਜ ਮਾਤਾ ਪਿਤਾ ਸੰਸਾਰ ਤੇ ਨਹੀਂ ਨੇ, ਕਿਉਂਕਿ ਗੁਰੂ ਸਾਹਿਬ ਕਹਿੰਦੇ ਵਿਜ਼ਡਮ ਮਾਤਾ ਹੈ, ਸਿਆਣਪ ਦੂਰਦਰਸ਼ਤਾ ਅਕਲ ਹੀ ਮਾਤਾ ਹੈ, ਸੰਤੋਖ ਹੀ ਪਿਤਾ ਹੈ। ਅੱਜ ਨਾ ਤਾਂ ਉਹ ਵਿਜ਼ਡਮ ਹੈ,
ना असल दा ज्ञान, ना असल दी गुणता साडे अंदर है, ते ना ही इस घरां विच साडे संतोख है। अज दा समाज माता पिता तो सखना है, ते इन्हां गुणां तो बिना असी जिन्नियां मर्जी कमाइयां करांगे, घरां विच कलयुग ही वरतेगा। अज दा दिन स्वै पड़चोल दा है, क्योंकि असी इस खजाने दे वारिस हां। बीबी भानी जी वो घुंगड़ियां वेचण वाला, भाई जेठा यतीम बालक, गुण केड़ा है? सहज है ना, संतोख है ना, निमरता है ना, निवण है ना, सेवा है ना, गुरु घर दा प्रेम है ना। अज असी रिश्ते करदे हां ते की वेखदे हां? एक समा सी असी जदों रिश्ता वेखण जांदे सी, कम से कम देखते सी उस घर च गुरमत लिटरेचर पिया, जिस घर च रिश्ता करना उन्हां दी सांझ गुरु घर नाल किन्नी है। अज असीं ये चीज़ां नहीं वेखदे, ते अज साडे विआह हुंदे बाद च ने टुट पहला रहे ने। गुरु दा सिख गुरु दे घर विच तां कि क्योंकि संसार विच हुंदा सी, इस धरती ते हुंदा सी कन्यादान, इस घर धरती ते हुंदियां सन लियावां, पर गुरु साहब ने ते आनंद कारज दी बिरत चलाई ना। गुरु साहबां ने जो चार लावां सानू पढ़ाइयां, वो तां असल दे विच गृहस्थ आश्रम दे विच एक एक्सरसाइज सी, जिस दी परपक्ता दे नाल असी गोबिंद मिलन की तेरी बरिया नू प्राप्त हो सकीए। इत्थे ते विआह ते निर्वाह है, इत्थे तां सांझ करीजे गुणा केड़ी छोड़ अवगुण चलिए दी बात है। इत्थे तां सहज नाल बुरे नू भी चंगी मत दे के उस मार्ग ते तुरन दी बात है, एक इम्तिहान है। अज सिख घरां विच जे तलाक होण ते मैं कहांगी सिख समाज दा इस तो वड्डे पतन दा कोई होर नमूना नहीं हो सकता। असी मन लईए असी गरक चुके हैं, असी मन लईए कि जे किसी साडे पूरे इलाके च किसी एक परिवार विच भी ये होवे, हालात कुछ भी होवन, पहला तां कोई देख दिखाई नहीं हुंदी सी, एक जुबान ते रिश्ते हुंदे सन ते सारी उम्र निभदे सन। अज असी इन्ने पापड़ वेलते हैं, पर प्रोफैशन मिलते हैं, 100 थावां ते देखते हैं, 100 थावां ते रिजैक्शन करते हैं। ते मैं एक गल हमेशा कहती हुंदी हां, जिस घर विच मैं जन्म लिया, मैं कदी आख्या मेरी मां माड़ी, कि मैनू कोई चॉइस मिली कि मैं किस मां की कुख तो जन्म मिलना? कोई चॉइस नहीं मिली, अकाल पुरख दा हुक्म है। मेरी भैन, कदी किसी आख्या मेरी भैन बहुत माड़ी, मेरी भैन कोजी? कदी आख्या नहीं। आखांगे मेरी भैन दुनिया सब तो सोहनी, मेरी बच्ची मापे हुंदियां, कदी किसी आख्या मेरी बच्ची भावां स्पैशल चाइल्ड होवे तां भी मैनू बहुत प्यारी? असी आखांगे मेरी परी है। ये सारे वो रिश्ते ने जिहड़े अकाल पुरख दे घरों सानू मिले ने, पूर्व जन्म के मिले संजोगी। एक रिश्ता असी बाय चॉइस गंढदे हां, बाय चॉइस गंढदे हां, उहदे विच ही सानू मुश्किलां ने। उहदे च असी कहने मेरी घर वाली नहीं चंगी, गुआंढी दी चंगी है। ये जो चॉइस सानू जिंदगी च मिल गई, इस चॉइस ने किन्नी दुविधा पैदा कर दी, किन्ना दुआत पैदा कर दिता। मैं असल तो टुट गया। आओ अज असी विद्या नू केवल ते केवल रोबोट बनाने लई बच्चों नू ना दईए, केवल ते केवल प्रोफैशनल बनने लई ना दईए। अज मापे हुंदे आ असी प्रण करिए कि असी बच्चे दी मुढ़ले 5 वरियां तक, उस तो ही पहला तुहानू पता है जूस की करते हैं? उन्हां दे घर विच नूंह धी जदों कंसीव करदी है ना, गर्भवती हुंदी है, पहले दिन तो वो अपने आले दुआले बिल्कुल स्ट्रिक्ट डिसिपलिन रखते हैं, किसी बाहरले बंदे नूं आण नहीं देंदे, किसी तरह का रौला, किसी तरह का कलेश, किसी तरह की कोई ऐसी खबर उहदे कन्न च नहीं पैण देंदे। वो समझते ने कि इस धी नूं इस वेले बड़े प्रफुल्लित वातावरण की लोड़ है, क्योंकि इस दे गर्भ विच एक जान पल रही है। ते वो जन्म तो लैके खास तौर ते बच्चियां दी विद्या ते पूरा ध्यान दिंदे ने। कि असीं कदी सोचिया अज साडे घर विच जदों कहंदे ने किसी
ਮਨੋਗਿਆਨੀ ਨੂੰ ਪੁੱਛਿਆ ਗਿਆ ਕਿ ਜੇ ਬੱਚੀ ਨੂੰ ਅਸੀਂ ਧਰਮ ਦੀ ਸਿੱਖਿਆ ਦੇਣੀ ਤੇ ਕਦੋਂ ਤੋਂ ਉਸ ਦੀ ਤਿਆਰੀ ਕਰਾਈ ਜਾਵੇ, ਤੇ ਉਸ ਦਾ ਜਵਾਬ ਸੀ, ਭਾਈ ਵੀਰ ਸਿੰਘ ਜੀ ਨੂੰ ਕਿਸੇ ਨੇ ਚਿੱਠੀ ਲਿਖੀ ਸੀ ਕਿ ਬੱਚੀ ਦੇ ਜਨਮ ਤੋਂ 18 ਵਰੇ ਪਹਿਲਾਂ ਇਹ ਮਾਤਾ ਦੀ ਧਰਤੀ ਤਿਆਰ ਕਰਨੀ ਹੋਵੇਗੀ। ਤੇ ਮਾਤਾ ਤੋਂ ਪਹਿਲਾਂ ਜੇ ਘਰ ਵਿੱਚ ਨਾਨੀ ਦਾਦੀ ਹੈ, ਮਾਤਾ ਪਿਤਾ ਸੱਸ ਸਹੁਰੇ ਹਨ, ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਇਹ ਨੂੰਹਾਂ ਸਾਡੇ ਘਰ ਦੀਆਂ ਨੀਹਾਂ ਬਣਨੀਆਂ ਨੇ, ਇਹਨਾਂ ਨੂੰ ਅਸੀਂ ਸਿੰਜਣਾ ਹੈ, ਸਾਵੀਂ ਧਰਤੀ ਤਿਆਰ ਕਰਨੀ ਹੈ। ਜੇ ਉਹਦੇ ਵਿੱਚ ਕੋਈ ਕਮੀ ਵੀ ਹੈ ਤੇ ਪ੍ਰੇਮ ਸਹਿਜ ਤੇ ਸੰਤੋਖ ਦੇ ਨਾਲ ਉਸ ਨੂੰ ਠੀਕ ਰਾਹ ਤੇ ਲਿਆਉਣਾ ਹੈ। ਕਿਉਂਕਿ ਰੋਜ਼ ਪੜ੍ਹਦੇ ਆ, ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਤੇ ਪ੍ਰੇਮ ਕਦੇ ਫੇਲ ਨਹੀਂ ਹੁੰਦਾ, ਮੋਹ ਫੇਲ ਹੁੰਦਾ ਹੈ, ਮੋਹ ਦੁੱਖ ਦਿੰਦਾ ਹੈ। ਮੋਹ ਵਸ ਨਹੀਂ, ਪ੍ਰੇਮ ਵਸ ਹੋ ਕੇ ਅਸੀਂ ਪਾਲਣ ਕਰੀਏ। ਸਿੱਖ ਘਰ ਦੇ ਵਿੱਚ ਐਸੀਆਂ ਕਮਾਲਾਂ ਹੋਈਆਂ ਨੇ। ਮੈਂ ਗੱਲ ਕਰ ਰਹੀ ਸੀ ਬੀਬੀ ਭਾਨੀ ਜੀ, ਪੂਰੀ ਗੁਰਤਾ ਗੁੱਦੀ ਹੀ ਆਪਣੀ ਗੋਦ ਵਿੱਚ ਲੈ ਲਈ। ਮਾਤਾ ਨਾਨਕੀ ਜੀ ਦੀ ਬਾਤ ਕਰੀਏ, ਮਾਤਾ ਗੁਜਰੀ ਜੀ ਦੀ ਬਾਤ ਕਰੀਏ, ਮਾਤਾ ਗੁਜਰ ਕੌਰ ਜੀ ਨੇ ਕਿਵੇਂ ਪਾਲਣ ਪੋਸ਼ਣ ਕੀਤਾ ਹੋਏਗਾ। 9 ਵਰਿਆਂ ਦੇ ਬਾਲ ਗੋਬਿੰਦ ਰਾਏ, ਤੇ ਸੰਸਾਰ ਦੇ ਵਿੱਚ ਜੇ ਪਰਸਨੈਲਿਟੀ ਦੀ ਗੱਲ ਕਰਨੀ ਹੋਵੇ 43 ਵਰਿਆਂ ਦੀ ਉਮਰ ਵਿੱਚ ਉਹ ਕਰਾਮਾਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤੀਆਂ ਜੋ ਰਹਿੰਦੀ ਦੁਨੀਆ ਤੱਕ ਵਿੱਚ ਕੋਈ ਸ਼ਖਸੀਅਤ ਉਸ ਦਾ ਮੁਕਾਬਲਾ ਹੀ ਨਹੀਂ ਕਰ ਸਕੇਗੀ। ਸਿੱਖਿਆ ਕਿਸ ਨੇ ਦਿੱਤੀ ਸੀ? 2 ਵਰੇ ਕੇਵਲ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਰਹੇ ਨੇ। 7 ਵਰੇ ਤੇ ਸਿੱਖਿਆ ਮਾਤਾ ਨੇ ਦਿੱਤੀ ਹੈ ਨਾ। ਫਿਰ ਸਾਹਿਬਜ਼ਾਦਿਆਂ ਨੂੰ ਕਿਹੋ ਜਿਹੀ ਟ੍ਰੇਨਿੰਗ ਦਿੱਤੀ? ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ, ਸਚਿਆਰ ਪਦ ਤੇ ਤੁਰਨਾ, ਜੀਵਨ ਦੇ ਵਿੱਚ ਕਿਸੇ ਵੀ ਲਾਲਚ ਦੇ ਨਾਲ ਨਾ ਡੋਲਣਾ। ਇੱਕ ਬਾਲ ਹੋਵੇ ਤੇ ਉਹ ਮੌਤ ਨੂੰ ਵੀ ਮਖੌਲ ਕਰ ਜਾਵੇ। ਮਾਤਾ ਸੁੰਦਰੀ ਦਾ ਦੇਖ ਲਓ ਹਾਲ। ਸਿੱਖ ਕੌਮ ਦੀ ਦੁਫੇੜ ਨੂੰ ਵੀ ਸਿੱਝਣ ਲਈ ਤੱਤ ਤੇ ਬੰਦਈ ਖਾਲਸੇ ਦੇ ਫੈਸਲੇ ਕਰਨ ਲੱਗਿਆਂ ਵੀ ਕਿਹੜੀ ਸੂਝ-ਬੂਝ ਦਿਖਾਈ। ਗੁਰੂ ਸਾਹਿਬ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਨੇ ਜੋ ਹੁਕਮਨਾਮੇ ਕੌਮ ਨੂੰ ਦੇ ਕੇ ਅਗਵਾਈ ਦਿੱਤੀ। ਬੀਬੀ ਸ਼ਰਨ ਕੌਰ ਦੇਖੋ, ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਕਿਸ ਸੂਰਬੀਰਤਾ ਦੇ ਨਾਲ ਸੰਸਕਾਰ ਕਰਦੀ ਹੈ, ਸੇਵਾ ਕਰਦੀ ਹੈ। ਮਾਤਾ ਭਾਗ ਕੌਰ ਨੇ ਪ੍ਰਤੱਖ ਕਰ ਦਿੱਤਾ ਕਿ ਮਾਦਾ ਤੇ ਨਰ ਗੁਣਾਂ ਦਾ ਸੁਮੇਲ ਵੀ ਇੱਕ ਨਾਰ ਹੋ ਸਕਦੀ ਹੈ। ਬੇਦਾਵਾ ਦੇ ਕੇ ਗਏ ਸਿੱਖਾਂ ਨੂੰ, ਡੋਲੇ ਹੋਏ ਸਿੱਖਾਂ ਨੂੰ, ਪਤੀ ਭਰਾਵਾਂ ਨੂੰ ਮੁੜ ਕੇ ਖਿਦਰਾਣੇ ਦੀ ਢਾਬ ਤੇ ਲਿਜਾ ਕੇ ਜੰਗ ਕਰ ਦਿੰਦੀ ਹੈ। ਇਹ ਵਿਰਾਸਤ ਹੈ ਸਾਡੀ। ਤੇ ਸਾਹਿਬਾਂ ਨੇ ਵੀ ਫਿਰ ਕੋਈ ਫਰਕ ਨਹੀਂ ਰੱਖਿਆ। ਪਹਿਲੇ ਦਿਨ ਤੋਂ ਸਾਨੂੰ ਸਰਵ ਉੱਚਤਾ ਦਿੱਤੀ ਹੈ। ਆਓ ਉਸ ਸਰਵ ਉੱਚਤਾ ਨੂੰ ਮੰਨਣ ਦੀ ਬਾਤ ਕਰੀਏ। ਆਓ ਉਸ ਸਰਵ ਉੱਚਤਾ ਨੂੰ ਅਪਣਾਉਂਦਿਆਂ ਹੋਇਆਂ ਅੱਜ ਸਮਾਜ ਵਿੱਚ ਜੋ ਕੁਝ ਚੱਲ ਰਿਹਾ ਹੈ, ਉਸ ਸਭ ਚੈਲੰਜਸ ਨੂੰ ਨਿਪਟਣ ਲਈ ਜੇ ਕਹਾਂ ਮੇਰੀ ਅਕਲ ਕੰਮ ਕਰੇਗੀ ਤੇ ਬਿਲਕੁਲ ਕੰਮ ਨਹੀਂ ਕਰੇਗੀ। ਪਰ ਗੁਰੂ ਸਾਹਿਬ ਸਮਰੱਥ ਨੇ। ਸਾਹਿਬਾਂ ਦੀ ਬਾਣੀ ਸੰਸਾਰ ਦੇ ਹਰ ਸਵਾਲ ਦਾ ਜਵਾਬ ਹੈ। ਆਓ ਪਹਿਲਾਂ ਤਾਂ ਬੱਚਿਆਂ ਨੂੰ ਆਪਣੀਆਂ ਦਾਦੀਆਂ ਨਾਨੀਆਂ ਵਾਲੀ ਜੁਗਤ ਦੇਈਏ। ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦੇ ਜਾਪ ਦੀ ਗੁੜਤੀ ਮਿਲ ਜਾਵੇ। ਵੱਡੀ ਉਮਰੇ ਕਿਸੇ ਨੇ ਨਹੀਂ ਕਰਨਾ। ਬੱਚੇ ਨੂੰ ਪੈਦਾ ਹੁੰਦਿਆਂ ਗੋਦ ਵਿੱਚ ਲੈ ਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਰਸ ਉਸ ਦੇ ਅੰਦਰ ਘੋਲ ਦੇਈਏ। ਨੈਪੋਲੀਅਨ ਨੂੰ ਕਿਸੇ ਨੇ ਕਿਹਾ ਸੀ ਨਾ, ਤੇ ਉਸਨੇ ਕੀ ਜਵਾਬ ਦਿੱਤਾ ਸੀ? ਗਿਵ ਮੀ ਗੁੱਡ ਮਦਰਸ, ਆਈ ਵਿਲ ਗਿਵ ਯੂ ਗੁੱਡ ਨੇਸ਼ਨ। ਰਸਕਿਨ ਨੂੰ ਬਾਈਬਲ ਦਾ ਇੱਕ ਇੱਕ ਲਫ਼ਜ਼ ਪੂਰੀ ਤਰ੍ਹਾਂ ਯਾਦ ਸੀ ਤੇ ਉਸਨੂੰ ਪੁੱਛਿਆ ਸੀ ਕਿ ਤੈਨੂੰ ਇੰਨੀ ਬਾਈਬਲ ਕਿਵੇਂ ਕੰਠ ਹੈ? ਤੇ ਉਸਨੇ ਕੀ ਕਿਹਾ ਸੀ? ਮਾਈ ਮਦਰ ਕੇਨਡ ਬਾਈਬਲ ਇਨ ਮਾਈ ਵੇਨਸ, ਇਨ ਮਾਈ ਬਲੱਡ। ਮੇਰੀ ਮਾਂ ਨੇ ਬਚਪਨ ਵਿੱਚ ਹੀ ਮੇਰੇ ਅੰਦਰ ਸਿੰਜ ਦਿੱਤੀ ਸੀ ਬਾਈਬਲ। ਅੱਜ ਅਸੀਂ ਆਪਣੇ ਬੱਚਿਆਂ ਦੇ ਅੰਦਰ ਗੁਰਮਤ ਗੁਰਬਾਣੀ ਕਿਉਂ ਸਿੰਜਣੀ ਹੈ? ਕਿਉਂਕਿ ਅੱਜ ਜਿੰਨਾ ਸੰਸਾਰ ਵਿੱਚ ਦੁਆਸ਼, ਅੱਜ ਜਿੰਨੀ ਸੰਸਾਰ ਵਿੱਚ ਤਪਸ਼, ਅੱਜ ਦੇ ਜਗਤ ਜਲੰਦੇ ਨੂੰ ਸਿੱਝਣ ਦੇ ਲਈ ਸੰਸਾਰ ਦੀ ਕੋਈ ਵਿਦਿਆ ਕੰਮ ਨਹੀਂ ਆਏਗੀ। ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਦਿੱਤੀ ਮੱਤ ਹੀ ਸਾਡੇ ਬੱਚਿਆਂ ਦੀ ਸਹਾਈ ਹੋ ਸਕਦੀ ਹੈ। ਔਰ ਮੈਂ ਦਾਅਵੇ ਨਾਲ ਆਖਾਂਗੀ, ਜਿਹੜੇ ਬੱਚੇ ਬਚਪਨ ਤੋਂ ਗੁਰਬਾਣੀ ਨਾਲ ਜੁੜਨਗੇ, ਸੰਗਤ ਕਰਨਗੇ, ਗੁਰਮਤ ਕਲਾਸਾਂ ਕਰਨਗੇ, ਗੁਰਬਾਣੀ ਕੀਰਤਨ ਨਾਲ ਜੁੜਨਗੇ,
ਉਹ ਚਾਹੇ ਕਿਤੇ ਭਟਕ ਵੀ ਜਾਣਗੇ ਨਾ ਤੇ ਸਮੇਂ ਨਾਲ ਆਪੇ ਸੋਝੀ ਵਿੱਚ ਆ ਜਾਣਗੇ, ਕਿਉਂਕਿ ਉਹਨਾਂ ਦੇ ਧੁਰ ਅੰਦਰ ਸ਼ਬਦ ਨਾਲ ਜੋੜ ਜੁੜਿਆ ਹੋਇਆ ਹੈ। ਸੰਸਾਰ ਦੇ ਕਿੰਨੇ ਧਰਮ ਗ੍ਰੰਥ ਨੇ, ਉਹਨਾਂ ਵਿੱਚੋਂ ਕੇਵਲ ਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜੋ ਸ਼੍ਰੀ ਰਾਗ ਤੋਂ ਲੈ ਕੇ ਜੈ ਜੈਵੰਤੀ ਤੱਕ 1430 ਅੰਗ ਪੂਰੇ ਰਾਗਬੱਧ। ਇਹ ਕਿਉਂ ਹੈ? ਇਹ ਚਾਹੀਦਾ ਸੀ ਕਿ ਸਾਡੇ ਘਰਾਂ ਦਾ ਡਿਸਪਲਿਨ ਹੋਵੇ ਕਿ ਹਰ ਸਿੱਖ ਦੇ ਘਰ ਵਾਜਾ ਜੋੜੀ ਹਰ ਹਾਲਤ ਵਿੱਚ ਹੋਵੇ, ਹਰ ਸਿੱਖ ਦੇ ਘਰ ਗੁਰਬਾਣੀ ਕੀਰਤਨ ਦਾ ਸੁਭਾਅ ਹੋਵੇ ਤੇ ਸਹਿਜ ਹੀ ਹਰ ਬੱਚਾ ਕੀਰਤਨ ਦੇ ਨਾਲ ਜੁੜਿਆ ਹੋਵੇ, ਸਹਿਜ ਹੀ ਬੱਚਾ ਸਵਾਦ ਲੈਂਦਾ ਹੋਵੇ, ਉਸ ਦੀ ਹੌਬੀ ਹੋਵੇ। ਅਸੀਂ ਆਪਣੇ ਘਰਾਂ ਦੇ ਵਿੱਚ ਸਤਸੰਗ ਦੀ ਅਵਸਥਾ ਬਣਾਈਏ, ਅਸੀਂ ਆਪਣੇ ਘਰਾਂ ਦੇ ਵਿੱਚ ਜੁੜ ਕੇ ਰਹਿਰਾਸ ਸਾਹਿਬ ਇਕੱਠੇ ਕਰਨ ਦੀ ਜੁਗਤ ਬਣਾਈਏ, ਅਸੀਂ ਸ਼ਾਮ ਦੀ ਸੰਗਤ ਘਰ ਵਿੱਚ ਕਰੀਏ। ਤੇ ਕਹਿੰਦੇ ਨੇ ਦ ਫੈਮਿਲੀ ਦੈਟ ਪ੍ਰੇਜ਼ ਟੁਗੇਦਰ ਸਟੇਜ਼ ਟੁਗੇਦਰ। ਸਾਡੇ ਘਰਾਂ ਤੇ ਗੁਰੂ ਦੀ ਮਿਹਰ ਹੋਵੇ, ਅਸੀਂ ਸੰਸਾਰ ਦੇ ਤੱਤੇ ਝੋਲਿਆਂ ਤੋਂ ਬਚ ਸਕੀਏ। ਆਪਣੇ ਬੱਚਿਆਂ ਨੂੰ, ਅੱਜ ਬੱਚੇ ਤੁਹਾਡੇ ਘਰੋਂ ਬਾਹਰ ਜਾਂਦੇ ਨੇ, ਤੁਹਾਡਾ ਕੋਈ ਉਸ ਤੇ ਵਸ ਨਹੀਂ ਹੈ। ਉਸ ਤੋਂ ਪਹਿਲਾਂ ਮੈਂ ਹਮੇਸ਼ਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਵਾਰਤਾ ਦੀ ਗੱਲ ਕਰਦੀ ਹੁੰਦੀ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਮੂੰਹ ਨੇਰੇ ਇੱਕ ਮਾਂ ਭੱਜੀ ਜਾ ਰਹੀ ਹੈ ਆਪਣੇ ਬਾਲ ਨੂੰ ਉਂਗਲ ਲਾ ਕੇ ਦਰਬਾਰ ਸਾਹਿਬ ਵੱਲ। ਉਸ ਨੂੰ ਰਸਤੇ ਵਿੱਚ ਦਰਬਾਨ ਰੋਕ ਕੇ ਕਹਿੰਦਾ, ਮਾਈ ਅੱਗੇ ਨਾ ਜਾ, ਅੱਗੇ ਹਾਲਾਤ ਠੀਕ ਨੇ। ਉਹ ਮਾਈ ਸੁਣਦੀ ਨਹੀਂ, ਕਹਿੰਦੀ ਵੀਰਾ ਪਰੇ ਹਟ ਜਾ, ਮੈਨੂੰ ਜਾਣ ਦਿਓ। ਕਹਿੰਦਾ ਮਾਈ ਮੈਂ ਤੈਨੂੰ ਆਖ ਰਿਹਾ ਅੱਗੇ ਮੌਤ ਪਈ ਵਰਦੀ ਹੈ, ਅੱਗੇ ਨਾ ਜਾ। ਉਹ ਕਹਿੰਦੀ ਵੀਰਾ ਮੈਨੂੰ ਜਾਣ ਦੇ, ਤੈਨੂੰ ਕੀ ਪਤਾ ਮੌਤ ਕੀ ਹੈ ਤੇ ਜ਼ਿੰਦਗੀ ਕੀ ਹੈ, ਮੈਨੂੰ ਅੱਗੇ ਤੁਰ ਜਾਣ ਦੇ। ਕਹਿੰਦੇ ਮਾਈ ਜੇ ਤੈਨੂੰ ਮੇਰੀ ਗੱਲ ਨਹੀਂ ਸੁਣਨੀ ਤੇ ਕਮ ਸੇ ਕਮ ਇਸ ਬਾਲ ਤੇ ਤਰਸ ਕਰ, ਇਸ ਨੂੰ ਪਿੱਛੇ ਛੱਡ ਜਾ, ਇਸ ਨੂੰ ਮੌਤ ਦੇ ਮੂੰਹ 'ਚ ਕਿਉਂ ਲੈ ਕੇ ਜਾ ਰਹੀ ਹੈ। ਮਾਈ ਆਖਦੀ ਹੈ ਵੀਰਾ ਤੈਨੂੰ ਕੀ ਪਤਾ ਇਸ ਦੀ ਮੌਤ ਕਿੱਥੇ, ਇਸ ਦੀ ਜ਼ਿੰਦਗੀ ਕਿੱਥੇ। ਉਹ ਦਰਬਾਰ ਸਾਹਿਬ ਦੀ ਚਰਨ ਧੂੜ ਵਿੱਚ ਇਸ ਨੂੰ ਜੀਵਨ ਮਿਲੇਗਾ। ਮੈਂ ਉੱਥੋਂ ਬਚਾ ਕੇ ਕਿਹੜੀ ਮੌਤ ਤੋਂ ਇਸ ਬੱਚੇ ਨੂੰ ਬਚਾ ਸਕਾਂਗੀ, ਮੈਨੂੰ ਜਾਣ ਦੇ, ਮੈਨੂੰ ਗੁਰੂ ਦੇ ਦੀਦਾਰ ਕਰਨ ਦੇ। ਤੇ ਜਦੋਂ ਮਾਈਆਂ ਦਾ ਅਕੀਦਾ ਇਹ ਸੀ, ਫੇਰ ਉਹ ਇੱਕ ਕਿਰਤੀ ਦਿਆਲ ਸਿੰਘ ਦੀ ਪਤਨੀ, ਯਤੀਮ ਬਾਲਕ ਦੀ ਮਾਂ ਨੇ ਗੁਰਬਾਣੀ ਕੀਰਤਨ ਨਾਲ ਜੋੜ ਕੇ ਆਪਣੇ ਪੁੱਤਰ ਨੂੰ ਸੁਲਤਾਨੋ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਬਣਾ ਦਿੱਤਾ। ਤੇ ਅੱਜ ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ ਕੌਮ ਦੀਆਂ ਉਹ ਮਾਵਾਂ ਦਾ ਸੰਤੋਖ। ਕੋਈ ਮਾਂ ਸ਼ਹਾਦਤ ਵੇਲੇ ਇਹ ਨਹੀਂ ਚਾਹੁੰਦੀ ਸੀ ਕਿ ਮੇਰਾ ਬੱਚਾ ਬਚ ਜਾਵੇ, ਬਲਕਿ ਚਾਹੁੰਦੀ ਇਹ ਸੀ ਕਿ ਮੇਰੀ ਗੋਦ ਵਿੱਚ ਪਹਿਲਾਂ ਮੇਰੇ ਬਾਲ ਨੂੰ ਸ਼ਹੀਦ ਕਰ ਦਿੱਤਾ ਜਾਵੇ। ਮੱਤਾ ਇਹ ਆਣਾ ਬਾਲ ਧਰਮ ਤੋਂ ਮੁਨਕਰ ਹੋ ਜਾਵੇ, ਡਰ ਜਾਵੇ, ਭੈਤਾ ਵਿੱਚ ਆ ਜਾਵੇ ਤੇ ਫਿਰ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਰੋਜ਼ ਅਰਦਾਸ ਪੜ੍ਹਦੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕੁਟਾਏ, ਬੱਚਿਆਂ ਦੇ ਖੋਪਰ ਲਵਾ ਕੇ ਗਲਾਂ 'ਚ ਹਾਰ ਪਵਾਏ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਧਰਮ ਨਹੀਂ ਹਾਰਿਆ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਕੌਮ ਦੀਆਂ ਉਹ ਹਜ਼ਾਰਾਂ ਲੱਖਾਂ ਮਾਵਾਂ ਸਨ। ਉਹ ਭਾਈ ਤਾਰੂ ਸਿੰਘ ਦੀ ਵੀ ਮਾਤਾ ਤੇ ਭੈਣ ਸੀ, ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਤਾਂ ਝੋਲਿਆਂ 'ਚ ਪਵਾਤੇ, ਮੀਰ ਮੰਨੂ ਦੀ ਜੇਲ੍ਹ ਤੱਕ ਕੰਬਾ ਦਿੱਤੀ ਕਿ ਬੱਚਿਆਂ ਦੇ ਟੋਟੇ ਝੋਲੀਆਂ ਵਿੱਚ। ਤੇ ਸ਼ਾਮ ਨੂੰ ਇਹ ਮਾਵਾਂ ਅਰਦਾਸ ਕਰ ਰਹੀਆਂ ਨੇ, ਤੇਰੇ ਭਾਣੇ ਵਿੱਚ ਦਿਨ ਸੁੱਖ ਦਾ ਬਤੀਤ ਹੋ ਗਿਆ। ਕਿਹੋ ਜਿਹਾ ਸੁੱਖ ਹੈ ਇਹਨਾਂ ਮਾਵਾਂ ਦਾ? ਉਹ ਮਾਵਾਂ ਨੇ ਸ਼ਿੰਗਾਰ ਕੀਤਾ ਸੀ, ਉਹ ਸੁਹਾਗਣਾ ਸਨ, ਕਿਉਂਕਿ ਉਹ ਸਤਿਗੁਰ ਦੇ ਲੜ ਲੱਗੀਆਂ ਸਨ, ਉਹ ਸਦਾ ਸਦਾ ਵਾਲੇ ਪਤੀ ਦੇ ਲੜ ਲੱਗੀਆਂ ਸਨ। ਉਹ ਸੁਹਾਗਣ ਨਾਰਾ ਸਹਿਜ ਤੇ ਸੰਤੋਖ ਨਾਲ ਸ਼ਿੰਗਾਰੀਆਂ ਹੋਈਆਂ ਸਨ ਤੇ ਉਹ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਹਿਣਗੀਆਂ। ਪਰ ਅੱਜ ਦੀ ਮਾਂ ਨੂੰ ਅਗਲੀ ਪੀੜ੍ਹੀ ਉਂਗਲ ਕਰਕੇ ਸਵਾਲ ਕਰੇਗੀ ਕਿ ਇਹ ਅਰਦਾਸ ਜੋ ਤੁਸੀਂ ਕਰ ਰਹੇ ਹੋ ਕਲਪਨਾ ਹੈ? ਅੱਜ ਤਾਂ ਕੋਈ ਇਹੋ ਜਿਹੀ ਮਾਂ ਨਹੀਂ ਦਿਖਦੀ। ਆਓ ਆਪਾਂ ਆਪਣਾ ਫਰਜ਼ ਪਛਾਣੀਏ। ਆਓ, ਗੁਰੂ ਸਾਹਿਬ ਕਹਿੰਦੇ ਨੇ ਨਾ, ਪਹਿਲੇ ਮਨ ਪਰ ਬੋਧੋ ਆਪਣਾ, ਪਾਛੇ ਅਵਰ ਜਾਓ। ਸਾਹਿਬ ਸਾਨੂੰ ਜੁਗਤ ਦਿੰਦੇ ਨੇ, ਆਪ ਸਵਾਰਿਆ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ। ਆਓ ਅੱਜ ਗੁਰੂ ਕੋਲੋਂ ਝੋਲੇ ਅੱਡ ਕੇ ਨਾਰ ਦੇ ਇਹਨਾਂ ਗੁਣਾਂ ਦਾ ਦਾਨ ਮੰਗੀਏ। ਅੱਜ ਤੋਂ ਇਹਨਾਂ ਦੀ ਪਰਪਕਤਾ ਲਈ ਯਤਨ ਕਰੀਏ। ਬਸ ਨਿੱਤਾ ਪ੍ਰਤੀ ਪ੍ਰੇਮ ਨਾਲ ਨਿਤਨੇਮ ਕਰੀਏ,
ਸਤਸੰਗੀ ਬਣੀਏ ਤੇ ਸਹਿਜ ਤੇ ਪ੍ਰੇਮ ਨਾਲ ਆਪਣੇ ਬੱਚਿਆਂ ਨੂੰ ਕਲਾਵੇ 'ਚ ਲੈਣ ਦਾ ਯਤਨ ਕਰੀਏ। ਗੁੱਸੇ ਨਾਲ ਗੱਲ ਨਹੀਂ ਬਣਨੀ। ਅਸੀਂ ਬਹੁਤ ਖੁੰਝੇ ਹੋਏ ਹਾਂ, ਅਸੀਂ ਦੂਰ ਨਿਕਲ ਗਏ ਹਾਂ। ਤੇ ਹੁਣ ਅੰਗਰੇਜ਼ੀ ਦੀ ਕਹਾਵਤ ਹੈ, ਨਥਿੰਗ ਇਜ਼ ਮੋਰ ਇਨਫੈਕਸ਼ੀਅਸ ਦੈਨ ਐਨ ਐਗਜ਼ਾਮਪਲ। ਆਓ ਗੁਰੂ ਅੱਗੇ ਅਰਦਾਸ ਕਰੀਏ, ਸਾਡੇ ਜੀਵਨ ਵਿੱਚ ਗੁਰਸਿੱਖੀ ਜੀਵਨ ਦੀ ਇਹੋ ਜਿਹੀ ਖੁਸ਼ਬੂ ਆ ਜਾਵੇ ਕਿ ਸਾਡਾ ਸਾਹਿਬਾਂ ਦਾ ਪ੍ਰਕਾਸ਼ ਪੁਰਬ ਮਨਾਇਆ ਸਫਲ ਹੋ ਜਾਵੇ। ਨਹੀਂ ਤੇ UNO ਵਿੱਚ ਤਾਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲਈ ਜਾਵੇਗੀ। ਸੰਸਾਰ ਦੇ ਧਰਮ, ਪਾਰਲੀਮੈਂਟ ਆਫ ਵਰਲਡ ਰਿਲੀਜਨ ਇੱਕ ਦਿਨ ਰਲ ਕੇ ਇੱਥੋਂ ਅਗਵਾਈ ਲੈਗੀ, ਪਰ ਅਸੀਂ ਕਲੰਕਿਤ ਹੋ ਜਾਵਾਂਗੇ ਕਿ ਵਾਰਸ ਜਿਨ੍ਹਾਂ ਨੂੰ ਸਿਰਾਂ ਦੇ ਮੁੱਲ ਦੇ ਕੇ ਇੱਕ ਅਨਮੋਲ ਖਜ਼ਾਨਾ ਮਿਲਿਆ ਸੀ, ਉਹ ਇਸ ਖਜ਼ਾਨੇ ਦੀ ਰਾਖੀ ਨਾ ਕਰ ਸਕੇ, ਇਸ ਨੂੰ ਸੰਸਾਰ ਤੱਕ ਨਾ ਪਹੁੰਚਾ ਸਕੇ। ਮੇਰੀਓ ਭੈਣੋ, ਇਹ ਜੋ ਸੁਹੱਪਨ ਸਾਹਿਬਾਂ ਨੇ ਬਖਸ਼ਿਆ ਨਾ ਕੌਰ ਦਾ, ਇਹ ਜੋ ਸਿਰ ਦਾ ਪੱਲਾ ਮੇਰੇ ਸਾਹਿਬਾਂ ਨੇ ਬਖਸ਼ਿਆ ਨਾ, ਇੰਗਲੈਂਡ ਦੀ ਰਾਣੀ ਦਾ ਰੋਬ ਇਹਦੇ ਸਾਹਮਣੇ ਕੁਝ ਵੀ ਨਹੀਂ। ਅੱਜ ਦੇ ਬੱਚਿਆਂ ਨੂੰ ਨਹੀਂ ਪਤਾ, ਅਕਸਰ ਪੁੱਛ ਲੈਂਦੇ ਨੇ, ਇਹ ਸਿਰ ਤੇ ਪੱਲਾ ਤੁਸੀਂ ਕਿਉਂ ਲੈਂਦੇ ਹੋ? ਤੁਹਾਨੂੰ ਪੁੱਛ ਸਕਦੇ ਆ, ਤੁਸੀਂ ਤੇ ਅੱਜ ਦੇ ਜ਼ਮਾਨੇ ਦੇ ਹੋ, ਤੁਸੀਂ ਤੇ ਇੰਗਲਿਸ਼ ਵੀ ਬੜੀ ਵਧੀਆ ਬੋਲਦੇ ਹੋ। ਮੈਂ ਕਿਹਾ ਦੱਸਾਂ, ਤੁਸੀਂ ਇਹ ਗਹਿਣੇ ਕਿਉਂ ਪਾਉਂਦੇ ਹੋ? ਇਹ ਮੇਰਾ ਵੀ ਗਹਿਣਾ ਹੈ, ਤੇ ਇਹ ਗਹਿਣਾ ਇਦਾਂ ਦਾ ਹੈ, ਕੁਈਨ ਦਾ ਰੋਬ ਇਸ ਤੋਂ ਸਸਤਾ ਹੈ, ਇਹ ਉਸ ਤੋਂ ਮਹਿੰਗਾ ਹੈ। ਪੁੱਛੋ ਕਿਉਂ? ਕੁਈਨ ਦਾ ਰੋਬ ਉਹ ਉਸ ਵੇਲੇ ਪਾਉਂਦੀ ਹੈ ਜਦੋਂ ਉਹ ਹਾਊਸ ਆਫ ਲਾਰਡ ਵਿੱਚ ਰੈਪਰੈਜ਼ੈਂਟ ਕਰਨ ਜਾਂਦੀ। ਉਸ ਨੂੰ ਅਧਿਕਾਰ ਨਹੀਂ ਕਿ ਉਹ ਬਾਜ਼ਾਰ ਜਾਂ ਕਿਸੇ ਹੋਰ ਥਾਂ ਤੇ ਉਸ ਰੋਬ ਨੂੰ ਪਾ ਕੇ ਜਾਵੇ। ਮੇਰੇ ਸਾਹਿਬ ਨੇ ਇਹ ਜੋ ਮੈਨੂੰ ਰੱਖ ਦਿੱਤੀ ਹੈ ਨਾ, ਮੇਰੇ ਵੀਰ ਨੂੰ ਦਸਤਾਰ ਦਿੱਤੀ ਹੈ, ਸਿਰ ਤੇ ਤਾਜ ਦਿੱਤਾ ਹੈ, ਮੇਰੇ ਸਾਹਿਬ ਨੇ ਆਪਣੀ ਧੀ ਨੂੰ ਇਹ ਪੱਲਾ ਦਿੱਤਾ ਹੈ, ਇਹ ਰੱਖ ਦਿੱਤੀ ਹੈ, ਇਹ ਰੋਬ ਦਿੱਤਾ ਹੈ ਜੋ ਮੇਰੇ ਸਵਾਮਾਨ, ਮੇਰੇ ਕੌਰ ਹੋਣ ਦਾ ਪ੍ਰਮਾਣ ਹੈ। ਆਓ ਇਸ ਨੂੰ ਸ਼ਿੰਗਾਰ ਬਣਾਈਏ, ਆਓ ਇਸ ਮਾਣ ਨਾਲ ਸੰਸਾਰ ਵਿੱਚ ਵਿਚਰੀਏ। ਨਿਤਰਾਪਤੀ ਅਰਦਾਸ ਕਰੀਏ, ਸਾਹਿਬ ਝੋਲੀਆਂ ਭਰਨਗੇ। ਕੋਈ ਗੱਲ ਨਹੀਂ, ਕਹਿੰਦੇ ਨੇ ਖਜ਼ਾਨਾ ਜਿੰਨਾ ਕੀਮਤੀ ਹੋਵੇ ਉਸ ਦੀ ਸੰਭਾਲ ਵੀ ਉਨੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਆਪਾਂ ਘਰਾਂ ਦੀਆਂ ਬਾਕੀ ਚੀਜ਼ਾਂ ਰੱਖ ਲੈਂਦੇ ਹਾਂ, ਪਰ ਸੋਨਾ ਡਾਇਮੰਡ ਅਸੀਂ ਲੋਕਰਾਂ 'ਚ ਕਿਉਂ ਰੱਖਦੇ ਹਾਂ? ਬਸ ਸਿੱਖੀ ਵਿਰਸੇ ਦਾ ਖਜ਼ਾਨਾ ਵੀ ਇੰਨਾ ਹੀ ਅਨਮੋਲ ਹੈ। ਇਸ ਦੀ ਰਾਖੀ ਕਰਨ ਲਈ ਵੀ ਸਾਨੂੰ ਨਿਵੇਕਲੇ ਯਤਨ ਕਰਨੇ ਪੈਣਗੇ। ਆਓ ਵਡਭਾਗੇ ਸਮਝੀਏ ਆਪਣੇ ਆਪ ਨੂੰ, ਸ਼ੁਕਰਾਨਾ ਕਰੀਏ ਸਾਹਿਬਾਂ ਦਾ ਕਿ ਸਾਹਿਬ ਜੀ ਸਿੱਖ ਘਰ ਵਿੱਚ ਜਨਮ ਦਿੱਤਾ, ਇਸ ਤੋਂ ਕਈ ਜਨਮ ਕੁਰਬਾਨ। ਮੈਂ ਗੁਰਦੁਆਰਾ ਸਾਹਿਬ 'ਚ ਬੇਨਤੀ ਕਰਾਂਗੇ, ਆਪ ਜੀ ਜੇ ਹੋ ਸਕੇ ਤਾਂ ਪ੍ਰੀ ਮੈਰਿਜ ਕਾਉਂਸਲਿੰਗ ਦੇ ਸੈਸ਼ਨ ਸ਼ੁਰੂ ਕਰੋ। ਸਾਡੀਆਂ ਪ੍ਰੋਬਲਮਸ ਦਾ ਰੀਜ਼ਨ ਇਹ ਹੈ ਕਿ ਅਸੀਂ ਆਨੰਦ ਕਾਰਜ ਕਰਨ ਤੋਂ ਪਹਿਲਾਂ ਕੱਪੜਿਆਂ ਤੇ ਬੜਾ ਜ਼ੋਰ ਦਿੰਦੇ ਹਾਂ, ਗਹਿਣਿਆਂ ਤੇ ਜ਼ੋਰ ਦਿੰਦੇ ਹਾਂ, ਪੈਲਸ ਬੁੱਕ ਕਰਨ ਤੇ ਜ਼ੋਰ ਦਿੰਦੇ ਹਾਂ, ਖਾਣਿਆਂ ਤੇ ਜ਼ੋਰ ਦਿੰਦੇ ਹਾਂ, ਪਰ ਜਿਸ ਕਾਰਜ ਲਈ ਜੁੜਨਾ ਉਸ ਤੇ ਜ਼ੋਰ ਨਹੀਂ ਦਿੰਦੇ। ਬੱਚੇ ਬੱਚੀ ਨਾਲ ਕਦੀ ਇਹ ਸਾਂਝ ਹੀ ਨਹੀਂ ਪਾਉਂਦੇ ਕਿ ਇਹ ਚਾਰ ਲਾਵਾਂ ਕੀ ਹਨ, ਇਹ ਆਨੰਦ ਕਾਰਜ ਕੀ ਹੈ। ਅਸਲ ਵਿੱਚ ਇਹ ਸਾਡੇ ਸਭ ਲਈ ਹੁੰਦਾ ਹੈ। ਆਓ ਇੱਕ ਪਿਰਤ ਪਾ ਲਈਏ ਕਿ ਸਾਡੀਆਂ ਬਰਾਤਾਂ ਢੁਕਣ ਹੀ ਕੇਵਲ ਗੁਰੂ ਘਰ, ਸਾਡੀ ਬਾਤ ਆਨੰਦ ਕਾਰਜ ਸਮਾਗਮ ਤੋਂ ਹੀ ਹੋਵੇ। ਤੇ ਆਨੰਦ ਕਾਰਜ ਦੀ ਸਿੱਖਿਆ, ਚਾਰ ਲਾਵਾਂ ਦੀ ਸਿੱਖਿਆ ਅਸੀਂ ਪ੍ਰੀ ਮੈਰਿਜ ਕਾਉਂਸਲਿੰਗ ਤੋਂ ਬਾਅਦ ਪੂਰੀ ਸੰਗਤੀ ਰੂਪ ਵਿੱਚ ਕਰੀਏ ਤੇ ਸੰਗਤੀ ਰੂਪ ਵਿੱਚ ਬੱਚੇ ਬੱਚੀ ਨੂੰ ਅਰਦਾਸ ਦਈਏ, ਕਿਉਂਕਿ ਇਹ ਗ੍ਰਸਥ ਆਸ਼ਰਮ ਦੀ ਪ੍ਰਧਾਨਤਾ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਬੜੀ ਪਵਿੱਤਰ ਹੈ। ਅੱਜ ਸੰਸਾਰ ਤੇ ਪਰਿਵਾਰ ਟੁੱਟ ਰਹੇ ਨੇ, ਉਹਨਾਂ ਨੂੰ ਕਿਸੇ ਨੇ ਸਿੱਖਿਆ ਨਹੀਂ ਦਿੱਤੀ। ਸਾਹਿਬ ਨੇ ਸਾਨੂੰ ਜੁਗਤ, ਸਾਨੂੰ ਮਾਰਗ, ਸਾਨੂੰ ਆਈਡੀਅਲ ਇੱਕ ਤਰੀਕਾ ਦਿੱਤਾ ਹੈ। ਜੇ ਉਹਦੇ ਤੇ ਅਸੀਂ ਪੂਰੇ ਨਹੀਂ ਉਤਰ ਪਾਉਂਦੇ ਤੇ ਕਿਤੇ ਨਾ ਕਿਤੇ ਸਾਡੇ ਵਿੱਚ ਕਮੀ ਹੈ। ਆਓ ਯਤਨ ਕਰੀਏ, ਸਾਡੇ ਬੱਚੇ ਜਿੱਥੇ ਸੰਸਾਰ ਵਿੱਚ ਸੰਸਾਰ ਦੀਆਂ ਪੜ੍ਹਾਈਆਂ ਕਰਨ, ਉੱਥੇ ਗੁਰਸਿੱਖੀ ਜੀਵਨ ਨੂੰ ਧਾਰਨ ਕਰਦਿਆਂ ਸੁਚੱਜੇ ਮਾਤਾ ਪਿਤਾ ਬਣ ਸਕਣ। ਮੈਂ ਗੱਲ ਆਖੀ ਸੀ, ਅੱਜ ਮਾਤਾ ਤੇ ਪਿਤਾ ਦਾ ਕਤਲ ਹੋ ਚੁੱਕਾ ਹੈ। ਅੱਜ ਅਸੀਂ ਸਰੀਰਕ ਤੌਰ ਤੇ ਮਾਤਾ ਤੇ ਪਿਤਾ ਹਾਂ। ਸਹਿਜ ਤੇ ਸੰਤੋਖ ਦਾ ਸ਼ਿੰਗਾਰ ਘਰ ਵਿੱਚ ਲਿਆ ਕੇ ਦੁਬਾਰਾ ਆਪਾਂ ਮਾਤਾ ਪਿਤਾ ਨੂੰ ਇੱਕ ਨਵਾਂ ਜੀਵਨ ਦਈਏ, ਤਾਂ ਜੋ ਇੱਥੇ ਸਤਪੁਰਖੀ ਅਕਾਲ ਪੁਰਖੀ ਔਲਾਦਾਂ ਪੈਦਾ ਹੋ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਮੁੜ ਸੁਣਾ ਸਕਣ। ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ ਦੀ ਯਾਚਨਾ। ਕੋਟ ਕੋਟਾਨ ਧੰਨਵਾਦ ਵੀਰਾਂ ਦਾ। ਇਹ ਸਥਾਨ, ਇੱਥੇ ਸੰਗਤ ਦਾ ਪਿਆਰ ਮੈਨੂੰ ਪਤਾ ਹੈ ਬਹੁਤ ਨਵੇਕਲਾ ਹੈ। ਸਤਿਗੁਰ ਬਖਸ਼ਿਸ਼ ਕਰਨ ਇਸੇ ਤਰ੍ਹਾਂ। ਅਗਲੇ ਹਫਤੇ ਆਪ ਜੀ ਦੀ ਅਸੀਸ ਲੈ ਕੇ, ਚਰਨ ਧੂੜ ਲੈ ਕੇ ਬਾਰਾਮੂਲਾ ਵਿੱਚ ਸਿੱਖ ਯੂਥ ਕੈਂਪ ਰੱਖਿਆ ਹੋਇਆ ਹੈ।
ਉੱਥੇ ਵੀ ਮਾਤਾਵਾਂ ਦਾ ਪਿਆਰ ਬਹੁਤ ਜ਼ਿਆਦਾ ਹੈ। ਮੈਂ ਵੇਖਿਆ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਆ ਨਾ, ਸਿੱਖੀ ਦੀ ਪਰਪੱਕਤਾ ਮਿਲਦੀ ਹੈ, ਵਚਨਬੱਧਤਾ ਮਿਲਦੀ ਹੈ। ਇਹ ਦੀਵੇ ਥੱਲੇ ਹਨੇਰੇ ਵਾਲੀ ਬਾਤ ਹੋ ਜਾਂਦੀ ਹੈ। ਜਦੋਂ ਜਦੋਂ ਪੰਜਾਬ ਵੱਲ ਆਉਂਦੇ ਆ ਤੇ ਬੜਾ ਮਨ ਪਰੇਸ਼ਾਨ ਹੁੰਦਾ ਹੈ, ਪਰ ਇਹ ਸੁਨੇਹੇ ਅਸੀਂ ਇੱਥੋਂ ਦੇ ਉੱਥੇ ਲੈ ਕੇ ਜਾਈਏ, ਉੱਥੋਂ ਦੇ ਇੱਥੇ ਲਿਆਈਏ, ਇੱਕ ਦੂਜੇ ਲਈ ਪ੍ਰੇਰਨਾ ਬਣ ਕੇ, ਕਿਉਂਕਿ ਸਾਹਿਬਾਂ ਨੇ ਸਾਨੂੰ ਸਰਬੱਤ ਦੇ ਭਲੇ ਦਾ ਸੰਕਲਪ ਦਿੱਤਾ ਹੈ। ਸੰਸਾਰ ਦੀ ਮਨੁੱਖਤਾ ਦਾ ਰਾਖਾ ਬਣਨ ਦਾ ਸਾਡਾ ਫਰਜ਼ ਹੈ। ਅਸੀਂ ਤਾਂ ਰਾਖੇ ਹਾਂ, ਤੇ ਰਾਖੇ ਤੇ ਉਦੋਂ ਬਣਾਂਗੇ ਨਾ ਜਦੋਂ ਆਪਣੀ ਵਾੜ ਪਹਿਲਾਂ ਮਜ਼ਬੂਤ ਕਰਕੇ ਆਪਣੀ ਫਲਵਾੜੀ ਨੂੰ ਪ੍ਰਫੁੱਲਿਤ ਕਰ ਸਕਾਂਗੇ। ਸਤਿਗੁਰ ਬਖਸ਼ਿਸ਼ ਕਰਨ। ਇਸ ਘਰ ਵਿੱਚ ਬਹੁਤ ਕੁਝ ਹੈ, ਆਓ ਰਲ ਮਿਲ ਕੇ ਅਰਦਾਸ ਜੋਦੜੀ ਕਰੀਏ। ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ ਦੀ ਯਾਚਨਾ ਕਰਦੇ ਗੱਜ ਵੱਜ ਕੇ ਫਤਿਹ ਨਾਲ ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।